ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਹੁਣੇ ਦੇਖਿਆ ਗੁਰਦੁਆਰਾ ਸਾਹਿਬ ਉੱਥੇ ਫ੍ਰੀ ਕੈਂਪ ਲੱਗ ਰਿਹਾ ਸੀ। ਉੱਥੇ ਜਿੰਨੇ ਵੀ ਆ ਰਹੇ ਸੀ ਆਪਣੇ ਦੰਦਾਂ ਨੂੰ ਦਿਖਾਉਣ, ਅਤੇ ਹੁਣ ਅਸੀਂ ਹਸਪੀਟਲ ਪਹੁੰਚੇ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਬਾਬਾ ਜਸਵੰਤ ਸਿੰਘ ਜੀ ਡੈਂਟਲ ਕਾਲਜ ਐਂਡ ਹਸਪੀਟਲ, ਜਿਹਦੇ ਵਿੱਚ ਹੁਣ ਅੰਦਰ ਜਾ ਕੇ ਆਪਾਂ ਦੇਖਦੇ ਹਾਂ, ਕਿਉਂਕਿ ਜਿੰਨੇ ਵੀ ਉਹ ਪੇਸ਼ੈਂਟ ਜਿਨ੍ਹਾਂ ਨੂੰ ਉੱਥੇ ਸਾਰਿਆਂ ਨੇ ਪਹਿਲੀ ਵਾਰ ਦੇਖਿਆ ਹੈਗਾ, ਅਤੇ ਉਹ ਤੋਂ ਬਾਅਦ ਉਹਨਾਂ ਨੂੰ ਹੁਣ ਫੋਲੋ ਅਪ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਜਾ ਕੇ ਟਰੀਟਮੈਂਟ ਕਿੱਦਾਂ ਦੀ ਹੋਣੀ ਹੈਗੀ ਆ, ਉਹ ਇਸ ਹਸਪੀਟਲ ਹੀ ਹੋਣੀ ਹੈ। ਆਓ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਜਿਹੜੀਆਂ ਨਵੀਆਂ ਮਸ਼ੀਨਾਂ ਹੈਗੀਆਂ, ਮਸ਼ੀਨਾਂ ਦਾ ਉਦਘਾਟਨ ਵੀ ਕੀਤਾ ਗਿਆ ਹੈਗਾ। ਆਹ ਜਿਹੜਾ ਪੋਸਟਰ ਆਇਆ ਵੀ ਮਸ਼ੀਨ ਦਾ ਉਦਘਾਟਨ CBCT ਮਸ਼ੀਨ, ਜਿਹੜੀ ਕਿ ਸਾਨੂੰ ਪਿਛਲੀ ਵਾਰੀ ਅਸੀਂ ਆਏ ਸੀ ਅਤੇ ਉਹਨਾਂ ਨੇ ਸਾਨੂੰ ਦੱਸੀ ਸੀਗੀ। ਸੋ ਹੁਣ ਆਪਾਂ ਅੰਦਰ ਚੱਲਦੇ ਹਾਂ ਅਤੇ ਅੰਦਰ ਜਾ ਕੇ ਹਸਪੀਟਲ ਦੀਆਂ ਮਸ਼ੀਨਾਂ ਅਤੇ ਬਾਕੀ ਜਿਹੜਾ ਸਟਾਫ ਹੈ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਆਹ ਹੁਣ ਦੇਖੋ ਸਾਡੇ ਪਿਛਲੇ ਪਾਸੇ ਜਿਹੜੀ ਮੇਨ ਬਿਲਡਿੰਗ ਹੈ ਹਸਪੀਟਲ, ਅਤੇ ਇਹਦੇ ਨਾਲ ਹੀ ਜਿਹੜਾ ਇੱਧਰਲੇ ਪਾਸੇ ਬਣ ਰਿਹਾ ਉਹ ਹੈਗਾ ਬੋਇਜ਼ ਗੈਸਟ, ਅਤੇ ਰੂਮਸ ਬਣਾਏ ਇੱਧਰ ਫੈਮਲੀ, ਜਿਹੜੇ ਇਹ ਸਾਰੇ ਤਿਆਰ ਹੋ ਰਹੇ। ਜਦੋਂ ਵੀ ਕੋਈ ਇੱਥੇ ਪੇਸ਼ੈਂਟ ਜਿਹੜਾ ਵੀ ਕੋਈ ਦਵਾਈ ਲੈਣ ਜਾਂ ਇਲਾਜ ਕਰਾਉਣ ਵਾਸਤੇ ਆਉਂਦਾ, ਉਹਨਾਂ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈਗਾ ਕਿ ਉਹ ਕਿਸੇ ਕਿਸਮ ਦੀ ਉਹਨਾਂ ਨੂੰ ਤਕਲੀਫ ਨਾ ਹੋਵੇ। ਜਿਹੜੀ ਬਾਰ-ਬਾਰ ਗੱਲ ਕਰ ਰਹੇ ਹੈਗੇ, ਜੋ ਸੰਗਤ ਜੀ ਤੁਹਾਡਾ ਚੜ੍ਹਾਵਾ ਆਉਂਦਾ, ਤੁਹਾਡੀ ਜਿਹੜੇ ਵੀ ਪੈਸਾ ਆਉਂਦਾ ਹੈਗਾ, ਉਹਨੂੰ ਕਿਸ ਤਰੀਕੇ ਦੇ ਨਾਲ ਸਹੀ ਲਾ ਕੇ, ਅਤੇ ਜਿਹੜੇ ਇਸ ਸ਼ਹਿਰ ਦੇ ਨਹੀਂ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਹੈਗੇ ਆਪਣੇ ਦੰਦਾਂ ਦਾ ਇਲਾਜ ਕਰਨ ਵਾਸਤੇ, ਜਿਹਦੇ ਵਿੱਚ ਬਹੁਤ ਸਾਰੇ ਇੰਪਲਾਂਟਸ ਅਤੇ ਹੋਰ ਟਰੀਟਮੈਂਟ, ਅਤੇ ਜਿਹੜਾ ਉੱਦਾਂ ਵੀ ਜਵਾੜਾ ਲਾਉਣਾ ਹੁੰਦਾ ਉਹ ਸਾਰਾ ਕੁਛ ਇੱਥੇ ਲੱਗ ਰਿਹਾ ਹੈਗਾ। ਇਹ ਤਕਰੀਬਨ 10 ਏਕੜ ਦੇ ਵਿੱਚ ਮੇਰੇ ਖਿਆਲ ਇਹ ਹਸਪਤਾਲ ਦਾ ਸਾਰਾ ਕੰਪਲੈਕਸ ਹੈਗਾ। ਅਤੇ ਇਹ ਅੰਦਰ ਜਾ ਕੇ ਹੁਣ ਆਪਾਂ ਦੇਖਾਂਗੇ ਕਿ ਉੱਥੇ ਕਿੰਨੀਆਂ ਮਸ਼ੀਨਾਂ ਜਿਹੜੀਆਂ ਐਨ ਨਵੀਆਂ ਤੋਂ ਨਵੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਉੱਥੇ ਅੰਦਰ ਲੱਗੀਆਂ ਹੋਈਆਂ ਨੇ। ਤੁਮਰੇ ਕਾਜ ਸਵਾਰੇ ਸਤਿਗੁਰ, ਤੁਮਰੇ ਕਾਜ ਸਵਾਰੇ ਸਤਿਗੁਰ, ਤੁਮਰੇ ਕਾਜ ਸਵਾਰੇ। ਦੇਖ ਰਹੇ ਹੋ ਇਹਨੂੰ ਆਟੋ ਰਿਕਸ਼ਾ ਵੀ ਕਹਿੰਦੇ ਆ, ਅਤੇ ਇਹ ਮੁਫਤ ਸੇਵਾ ਦੇ ਵਿੱਚ ਜਿਹੜੇ ਵੀ ਮਰੀਜ਼ ਹੈਗੇ ਆ ਜਿਨ੍ਹਾਂ ਨੂੰ ਲਿਆਂਦਾ ਜਾਂਦਾ, ਅਤੇ ਆਓ ਬਾਬਾ ਜੀ ਨੂੰ ਪੁੱਛਦੇ ਹਾਂ। ਬਾਬਾ ਜੀ, ਜਿਹੜੀ ਇਹ ਤੁਹਾਡੀ ਆਹ ਬੱਗੀ ਕਹਿੰਦੇ ਨੇ ਜਾਂ ਇਹਨੂੰ ਛੋਟਾ ਜਿਹਾ ਈ ਰਿਕਸ਼ਾ ਬੋਲਦੇ। ਅੱਛਾ ਜੀ, ਈ ਰਿਕਸ਼ਾ, ਅਤੇ ਇਹ ਜਿਹੜਾ ਈ ਰਿਕਸ਼ਾ ਹੈਗਾ, ਅਤੇ ਤੁਸੀਂ ਇਹਨੂੰ ਸੇਵਾ ਜਿਹੜੀ ਹੈ ਮੁਫਤ ਸੇਵਾ, ਇਹ ਕਿੱਥੇ ਕਿੱਥੇ ਤੱਕ ਅਤੇ ਕਿੱਦਾਂ ਕਰਦੇ ਹੋ? ਡੈਂਟਲ ਕਾਲਜ ਤੋਂ ਲੈ ਕੇ ਜਮਾਲਪੁਰ, ਹਾਂਜੀ, ਜਮਾਲਪੁਰ ਤੋਂ ਪੁਲਿਸ ਕਲੋਨੀ, ਵਰਧਮਾਨ ਚੌਂਕ, ਅੱਛਾ ਜੀ, ਸਮਰਾਲਾ ਚੌਂਕ ਅਤੇ ਨਾਨਕਸਰ ਗੁਰਦੁਆਰਾ ਸਾਹਿਬ। ਅੱਛਾ ਜੀ। ਜਿੱਥੇ ਸਾਧਨ ਨਹੀਂ ਮਿਲਦਾ ਮੁਸਾਫਰ ਨੂੰ, ਉੱਥੇ ਅਸੀਂ ਛੱਡ ਕੇ ਆਉਂਦੇ ਹਾਂ ਜੀ। ਅਤੇ ਇਹ ਕਿੰਨੀਆਂ ਗੱਡੀਆਂ ਇਹੋ ਜਿਹੀਆਂ? ਤਿੰਨ ਗੱਡੀਆਂ ਗੱਡੀਆਂ ਸਾਡੀ ਸੇਵਾ ਦੀਆਂ, ਫ੍ਰੀ ਸੇਵਾ ਫ੍ਰੀ ਸੇਵਾ ਦੀ। ਲੈ ਕੇ ਵੀ ਆਉਂਦੇ ਹਾਂ, ਛੱਡ ਕੇ ਵੀ ਆਉਂਦੇ ਹਾਂ ਜੀ। ਅੱਛਾ ਜੀ। ਅਤੇ ਜਦੋਂ ਇਹ ਤੁਹਾਨੂੰ ਕੋਈ ਇਹ ਟੈਲੀਫੋਨ ਰਾਹੀਂ ਕਹਿੰਦਾ ਵੀ ਸਾਨੂੰ ਆ ਕੇ ਲੈ ਜਾਓ, ਜਾਂ ਵੈਸੇ ਹੀ ਤੁਸੀਂ ਆਉਂਦੇ ਜਾਂਦੇ? ਪੇਸ਼ੈਂਟ ਕਹਿੰਦਾ ਜੀ ਸਾਨੂੰ ਲੈ ਜਾਓ, ਅਸੀਂ ਲੈ ਆਉਂਦੇ ਹਾਂ। ਅੱਛਾ ਜੀ। ਜਿੱਥੇ ਖੜੇ ਹੁੰਦੇ ਆਪਣਾ ਸਟੈਂਡ ਬੋਲ ਦਿੰਦੇ ਆ, ਉੱਥੋਂ ਲਿਆਈਦਾ। ਅੱਛਾ ਜੀ। ਅਤੇ ਇਹ ਬਿਲਕੁਲ ਮੁਫਤ ਸੇਵਾ ਇਹ ਸਾਰੀ ਜਿਹੜੀ? ਫ੍ਰੀ ਸੇਵਾ, ਆਉਣ ਦੀ ਵੀ ਜਾਣ ਦੀ ਵੀ। ਅੱਛਾ ਜੀ। ਹਾਂਜੀ। ਅਤੇ ਇਹ ਵੀ ਉਹ ਹੁੰਦਾ ਆਪਣਾ ਜਿਹੜਾ ਹੈਂਡੀਕੈਪ ਆ ਮੁਸਾਫਰ ਆ ਜਾਂ ਮਰੀਜ਼ ਆ, ਉਹਨੂੰ ਅਸੀਂ ਘਰ ਤੱਕ ਵੀ ਛੱਡੇ ਆਉਂਦੇ ਹਾਂ। ਜਿੱਥੇ ਸ਼ੇਰਪੁਰ ਹੋਇਆ, ਬਸਤੀ ਹੋਇਆ, ਕਿਤੇ ਵੀ ਹੋਇਆ, ਹਾਂ ਜਿੱਥੇ ਵੀ ਹੋਇਆ ਜੀ ਸ਼ੇਰਪੁਰ, ਉਹਨਾਂ ਨੂੰ ਹੈਂਡੀਕੈਪ ਨੂੰ ਘਰ ਤੱਕ ਛੱਡੇ ਆਉਂਦੇ। ਹਾਂਜੀ, ਜਿਹੜੇ ਅੰਗਹੀਣ ਹੈ ਜਾਂ ਡਿਸੇਬਲ ਜਿਹਨੂੰ ਆਪਾਂ ਕਹਿੰਦੇ, ਉਹਨਾਂ ਨੂੰ ਇੱਥੋਂ ਯਾਨੀ ਕਿ ਘਰ ਤੱਕ ਤੁਸੀਂ ਸੇਵਾ ਦਿੰਦੇ? ਵੀ ਸੇਵਾ ਦੇ ਦਿੰਦੇ ਅਸੀਂ। ਅੱਛਾ ਜੀ। ਹਾਂਜੀ ਜੀ। ਹੋਰ ਇਹਦੇ 'ਚ ਮਤਲਬ ਕਿ ਇਹ ਜਿਹੜੀ ਸੁਵਿਧਾ ਪੂਰੀ ਆ ਜੀ, ਮੁਸਾਫਰ ਨੂੰ ਪੂਰੀ ਸੁਵਿਧਾ। ਇਹ ਦਿਨ ਰਾਤ ਜਾਣੇ ਜਾਂ ਮਤਲਬ ਕੋਈ ਸਮਾਂ ਇਹਦਾ ਨਿਯਤ ਕੀਤਾ ਹੁੰਦਾ? ਇਹਦਾ ਸਮਾਂ ਨਿਯਤ ਹੈ ਜੀ। ਅੱਛਾ ਜੀ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ। ਅੱਛਾ ਜੀ। ਜਦੋਂ ਕੋਈ ਪੇਸ਼ੈਂਟ ਆ ਜਾਏ ਉਦੋਂ ਅਸੀਂ ਲੈ ਜਾਣਾ ਅਤੇ ਲੈ ਵੀ ਆਉਣਾ। ਸਾਨੂੰ ਫੋਨ ਕਰ ਦਿੰਦੇ ਨਾਨਕਸਰ ਗੁਰਦੁਆਰੇ ਤੋਂ ਜਾਂ ਕਾਲਜ ਤੋਂ, ਕਿਸੇ ਨੇ ਜਾਣਾ ਅਤੇ ਵੀ ਸਾਡੀ ਸਵਾਰੀ ਖੜੀ ਹੈ, ਲੈ ਜਾਓ, ਲੈ ਜਾਂਦੇ। ਬਹੁਤ ਬਹੁਤ ਧੰਨਵਾਦ ਜੀ, ਇਸੇ ਤਰ੍ਹਾਂ ਸੇਵਾ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਜੀ। ਅਤੇ ਹੁਣ ਆਪਾਂ ਇਸੇ ਐਂਟਰੈਂਸ ਦੇ ਉੱਤੇ ਪਹੁੰਚ ਗਏ ਹੈਗੇ ਹਾਂ
ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਐਂਡ ਹਸਪੀਟਲ। ਆਓ ਅੰਦਰ ਜਾ ਕੇ ਦੇਖ ਰਹੇ ਹੈਗੇ ਆ ਵੀ ਆਹ ਜਿਹੜੀ ਆ ਮੇਨ ਬਿਲਡਿੰਗ ਹੈਗੀ ਹੈ, ਇਹਦੇ ਵਿੱਚ ਅਸੀਂ ਜੋ ਦੇਖ ਰਹੇ ਹੈਗੇ ਆ ਤੇ ਇਹਦਾ ਕੀ ਪੂਰੀ ਤਰ੍ਹਾਂ ਸਿਸਟਮ ਹੈਗਾ, ਅੰਦਰ ਆ ਕੇ ਦੇਖਦੇ ਹਾਂ। ਕਿਉਂਕਿ ਇਸ ਡੈਂਟਲ ਹਸਪੀਟਲ ਦੇ ਵਿੱਚ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਕਿਸ ਤਰੀਕੇ ਦੇ ਨਾਲ ਹੈਗੀਆਂ। ਸੋ ਆਓ ਅਸੀਂ ਇੱਧਰ ਦੇਖੀਏ। ਜਿਹੜੀ ਜਦੋਂ ਜਿਹੜਾ ਵੀ ਮਰੀਜ਼ ਪਹਿਲਾਂ ਆਉਂਦਾ ਹੈਗਾ ਉਹ ਇੱਥੇ ਪੁੱਛਗਿੱਛ ਜਿਹਨੂੰ ਇਨਕੁਆਇਰੀ ਹੈਗੀ ਆ, ਉਹ ਇੱਥੇ ਆ ਕੇ ਆਪਣੀ ਸਾਰੀ ਤਕਲੀਫ ਦੱਸਦਾ ਹੋਏਗਾ ਕਿੱਦਾਂ। ਇਹ ਬੇਟਾ ਬੀਬੀ ਤੁਸੀਂ ਜਿਹੜੇ ਇੱਥੇ ਜਦੋਂ ਕੋਈ ਵੀ ਪੇਸ਼ੈਂਟ ਪਹਿਲਾਂ ਆਉਂਦਾ ਤੁਹਾਡੇ ਕੋਲ ਆਉਂਦਾ ਤੇ ਹਾਂਜੀ ਉਹ ਤੁਸੀਂ ਉਹਨਾਂ ਦੀ ਕੀ ਪੁੱਛਗਿੱਛ ਕਰਦੇ ਹੋ? ਸਰ ਪਹਿਲੇ ਉਹਨਾਂ ਦਾ ਤਾਂ ਅੱਛੀ ਤਰ੍ਹਾਂ ਸਵਾਗਤ ਕੀਤਾ ਜਾਂਦਾ, ਉਹਨਾਂ ਨੂੰ ਪੁੱਛਿਆ ਜਾਂਦਾ ਕਿ ਕਿਸ ਤਰ੍ਹਾਂ ਦੀ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈਗੀ ਆ, ਔਰ ਜਿੱਦਾਂ ਦੀ ਵੀ ਉਹ ਹੈਲਪ ਮੰਗਦੇ ਆ ਜਾਂ ਉਹਨਾਂ ਨੂੰ ਕੋਈ ਕਿਤੇ ਜਾਣਾ ਹੈਗਾ ਉਹਨਾਂ ਨੂੰ ਗਾਈਡ ਕਰੀਦਾ ਵੀ ਕਿਸ ਤਰ੍ਹਾਂ ਤੁਹਾਡਾ ਟ੍ਰੀਟਮੈਂਟ ਹੋਏਗਾ, ਟ੍ਰੀਟਮੈਂਟ ਚਾਰजेस ਵਗੈਰਾ ਅਗਰ ਉਹਨਾਂ ਨੂੰ ਕੋਈ ਕਨਫਰਮ ਕਰਨੇ ਉਹਦੇ ਬਾਰੇ ਦੱਸੀ ਜਾਂਦੇ। ਜਿਸ ਤਰ੍ਹਾਂ ਦੀ ਵੀ ਪੇਸ਼ੈਂਟ ਦੀ ਕੋਈ ਸ਼ਿਕਾਇਤ ਹੁੰਦੀ ਹੈ ਜਾਂ ਕੋਈ ਸੁਜੈਸ਼ਨ ਹੁੰਦੀ ਹੈ ਜਾਂ ਕੋਈ ਉਹ ਪੁੱਛਦੇ ਹੈਗੇ ਉਹਦੇ ਬਾਰੇ ਅਸੀਂ ਉਹਨਾਂ ਨੂੰ ਪੂਰਾ ਗਾਈਡ ਕਰਦੇ ਹਾਂ ਸਰ। ਜਦੋਂ ਉਹ ਤੁਹਾਡੇ ਕੋਲ ਇੱਥੇ ਆ ਜਾਂਦਾ ਤੁਸੀਂ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਲੈਂਦੇ ਹੋ ਤੇ ਉਸ ਤੋਂ ਅੱਗੇ ਫਿਰ ਅਗਲਾ ਕੀ ਸਟੈਪ ਹੁੰਦਾ? ਉਸ ਤੋਂ ਅੱਗੇ ਦੇਖਿਆ ਜਾਂਦਾ ਹੈ ਕਿ ਅਗਰ ਤਾਂ ਟ੍ਰੀਟਮੈਂਟ ਦੇ ਵਾਸਤੇ ਆਉਂਦੇ ਹਨ ਤਾਂ ਉਹਨਾਂ ਨੂੰ ਫਿਰ ਸਹੀ ਗਾਈਡ ਕੀਤਾ ਜਾਂਦਾ ਕਿ ਪਹਿਲੇ ਕਿੱਥੇ ਕਾਰਡ ਬਣੇਗਾ, ਉਸ ਤੋਂ ਬਾਅਦ ਕਿੱਥੇ ਟ੍ਰੀਟਮੈਂਟ ਲਈ ਜਾਣਾ ਹੈ। ਸਾਡੇ ਡਿਪਾਰਟਮੈਂਟ ਦੇ ਹੀ 8 ਡਿਪਾਰਟਮੈਂਟ ਹੈਗੇ ਆ, ਉਦੋਂ ਅਲੱਗ-ਅਲੱਗ ਹਰ ਡਿਪਾਰਟਮੈਂਟ 'ਚ ਅਲੱਗ-ਅਲੱਗ ਇਲਾਜ ਹੋ ਰਿਹਾ, ਤਾਂ ਜਿਸ ਤਰ੍ਹਾਂ ਦੀ ਉਹਦੀ ਰਿਕੁਆਇਰਮੈਂਟ ਹੁੰਦੀ ਉਹਨੂੰ ਉਸ ਤਰ੍ਹਾਂ ਦੇ ਹੀ ਡਿਪਾਰਟਮੈਂਟ ਵਿੱਚ ਫਿਰ ਭੇਜਿਆ ਜਾਂਦਾ, ਉਹਦੀ ਪੂਰੀ ਹੈਲਪ ਕੀਤੀ ਜਾਂਦੀ ਹੈ। ਅਗਰ ਉਹਨੂੰ ਨਹੀਂ ਪਤਾ ਚੱਲਦਾ ਤਾਂ ਉਹਦੇ ਨਾਲ ਫਿਰ ਜਾ ਕੇ ਸਿਕਿਉਰਿਟੀ ਗਾਰਡ ਨੂੰ ਭੇਜ ਕੇ ਉਹਦੀ ਪੂਰੀ ਮਦਦ ਕੀਤੀ ਜਾਂਦੀ ਹੈ ਕਿ ਤਾਂ ਕਿ ਉਹਨੂੰ ਕੋਈ ਪਰੇਸ਼ਾਨੀ ਨਾ ਆਏ। ਬਹੁਤ ਬਹੁਤ ਧੰਨਵਾਦ। ਤੇ ਇਸ ਤੋਂ ਬਾਅਦ ਫਿਰ ਮੇਰੇ ਖਿਆਲ ਅਗਲਾ ਡੈਸਕ ਹੈ ਆਉਂਦਾ ਹੈਗਾ। ਹਾਂਜੀ, ਤੇ ਇੱਥੇ ਕਾਰਡ ਬਣਾਇਆ ਜਾਂਦਾ। ਹਾਂਜੀ, ਆਓ ਦੇਖਦੇ ਹਾਂ ਕਿ ਜਦੋਂ ਪੇਸ਼ੈਂਟ ਜਿਹੜਾ ਹੈਗਾ, ਜਿਹੜਾ ਵੀ ਮਰੀਜ਼ ਆਉਂਦਾ ਉਹ ਇੱਥੇ ਆ ਕੇ ਇਸ ਸਮੇਂ ਦੇ ਉੱਤੇ ਇੱਥੇ ਵੀ ਮੇਰੇ ਖਿਆਲ ਕਾਰਡ ਬਣਾਇਆ ਜਾਂਦਾ। ਇੱਥੇ ਜਿੰਨੇ ਵੀ ਆਫੀਸਰ ਬੈਠੇ ਹੈਗੇ ਆ। ਭੈਣ ਜੀ, ਜਦੋਂ ਇੱਥੇ ਤੁਹਾਡੇ ਕੋਲ ਮਰੀਜ਼ ਆਉਂਦਾ ਤੇ ਉਹਨੂੰ ਤੁਸੀਂ ਇੱਥੇ ਕੀ ਪੁੱਛਦੇ? ਕਾਰਡ ਦੀ ਜਿਹੜੀ ਬਣਾਉਣ ਦੀ ਗੱਲ ਕਿੱਦਾਂ ਹੁੰਦੀ ਹੈ? ਸਰ ਨਵਾਂ ਕਾਰਡ ਪਹਿਲਾਂ ਬਣਾਇਆ ਜਾਂਦਾ ਪੇਸ਼ੈਂਟ ਦਾ, ਜਿਹੜਾ ਨਿਊ ਪੇਸ਼ੈਂਟ ਆਂਦਾ ਵਾ। ਜਿਹੜਾ ਪੁਰਾਣਾ ਪੇਸ਼ੈਂਟ ਆਂਦਾ ਉਹਦਾ ਪੁਰਾਣਾ ਕਾਰਡ ਕੱਢ ਕੇ ਉਹਦਾ ਰਿਕਾਰਡ ਦਾ ਪੁਰਾਣਾ ਕਾਰਡ ਦਿੱਤਾ ਜਾਂਦਾ ਜੀ। ਹਾਂਜੀ, ਤੇ ਉਹਦੀ ਜਿਹੜੀ ਵੀ ਕਾਰਡ ਤੇ ਬਣਾ ਕੇ ਵੀ ਉਹਨੂੰ ਅੱਗਾ ਕਹਾਂ ਭੇਜਣ ਦੇ ਲਈ ਫਿਰ ਰਜਿਸਟ੍ਰੇਸ਼ਨ ਦੀ ਐਂਟਰੀ ਹੁੰਦੀ ਹੈ। ਫਿਰ ਐਂਟਰੀ ਹੋਣ ਤੋਂ ਬਾਅਦ ਫਿਰ ਅਸੀਂ ਡਿਪਾਰਟਮੈਂਟ 'ਚ ਭੇਜਦੇ ਹਾਂ ਉਹਨਾਂ ਨੂੰ। ਜਦੋਂ ਕਾਰਡ ਬਣ ਜਾਂਦਾ ਜੀ, ਕਾਰਡ ਬਣਨ ਤੋਂ ਬਾਅਦ ਰਜਿਸਟਰ ਤੇ ਐਂਟਰੀ ਹੁੰਦੀ ਹੈ, ਉਸ ਦੀ ਬਕਾਇਦਾ ਕੰਪਿਊਟਰ ਤੇ ਐਂਟਰੀ ਹੁੰਦੀ ਹੈ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ 1 ਨੰਬਰ ਡਿਪਾਰਟਮੈਂਟ 'ਚ ਫਾਰਵਰਡ ਕਰ ਦਿੰਦੇ ਹਾਂ। ਫਿਰ ਉੱਥੇ ਡਾਕਟਰ ਉਹਨਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਜੋ ਵੀ ਤਕਲੀਫ ਹੁੰਦੀ ਹੈ ਉਸ ਹਿਸਾਬ ਨਾਲ ਅਗਲੇ ਡਿਪਾਰਟਮੈਂਟ 'ਚ ਫਾਰਵਰਡ ਕਰ ਦਿੱਤਾ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਹੁੰਦਾ ਜੀ। ਤੇ ਇਹ ਸੀ ਜੀ ਜਿਹੜੀ ਇੱਥੋਂ ਉਸ ਤੋਂ ਬਾਅਦ ਅੱਗੇ ਜਾ ਕੇ ਰਜਿਸਟ੍ਰੇਸ਼ਨ ਤੋਂ ਬਾਅਦ ਕਿੱਥੇ ਕਿੱਥੇ ਜਾਂਦੇ ਹੈਗੇ ਆ, ਇਹ ਤੁਹਾਡੇ ਸਾਹਮਣੇ ਆਉਂਦੇ। ਹੁਣ ਅਸੀਂ ਜੋ ਹੈ ਦੰਦਾਂ ਦੀ ਜਾਂਚ ਤੇ ਦਵਾਈਆਂ ਦਾ ਵਿਭਾਗ ਜਿਹੜਾ ਹੈਗਾ ਔਰਲ ਮੈਡੀਸਿਨ ਐਂਡ ਰੇਡੀਓਲੋਜੀ, ਅੰਦਰ ਆ ਜਾਓ, ਦੇਖਦੇ ਹੈਗੇ ਆ ਪੇਸ਼ੈਂਟਸ ਜਿਹੜੇ ਹੈਗੇ ਉਹਨਾਂ ਨੂੰ ਇਸ ਵੇਲੇ ਟਰੀਟ ਕੀਤਾ ਜਾ ਰਿਹਾ ਹੈਗਾ। ਤੇ ਜਿਹੜੀ ਮਸ਼ੀਨ ਨਵੀਂ ਦਾ ਉਦਘਾਟਨ ਕੀਤਾ ਉਹ ਵੀ ਦੇਖਦੇ ਆ। ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਮਸ਼ੀਨਾਂ ਇਹ ਹਲੇ ਸ਼ੁਰੂਆਤ ਦੇ ਵਿੱਚ ਚੈਕਿੰਗ ਹੀ ਜਿਹੜੀ ਹੁੰਦੀ ਆ ਉਹ ਆ। ਤੇ ਇਸ ਦੇ ਨਾਲ ਬਾਕੀ ਜਿਹੜੀਆਂ ਡਿਪਾਰਟਮੈਂਟਾਂ ਹੈਗੀਆਂ ਉਹਨਾਂ ਦੇ ਉੱਪਰ ਵੀ ਬਹੁਤ ਸਾਰਾ ਵਧੀਆ ਕੰਮ ਹੁੰਦਾ ਹੈਗਾ। ਤੇ ਇੱਥੇ ਜਿਹੜੀ ਚੈੱਕਅਪ ਤੋਂ ਬਾਅਦ ਦੇਖਦੇ ਹੈਗੇ ਆ। ਆਓ ਦੇਖਦੇ ਹਾਂ ਜਿਹੜੀ ਮਸ਼ੀਨ ਹੈਗੀ, ਜਿਹੜੀ ਨਵੀਂ ਮਸ਼ੀਨ ਇਹਨਾਂ ਨੇ ਕੱਲ੍ਹ ਹੀ ਜਿਹਦੀ ਓਪਨਿੰਗ ਕੀਤੀ ਹੈਗੀ। ਸੋ ਹੁਣ ਅਸੀਂ ਦੇਖਣ ਜਾ ਰਹੇ ਹਾਂ ਜਿਹੜੀ ਨਵੀਂ ਮਸ਼ੀਨ ਇੱਥੇ ਲਗਾਈ ਗਈ ਹੈਗੀ ਆ। ਤੇ ਨਾਲ ਡਾਕਟਰ ਸਾਹਿਬ ਵੀ ਆ ਰਹੇ ਨੇ, ਉਹ ਦੱਸਣਗੇ ਵੀ ਇਹ ਮਸ਼ੀਨ ਜਿਹੜੀ ਹੈ ਇਹਦਾ ਕੰਮ ਕੀ ਹੈ। ਤੇ ਉਹ ਜਿਹੜੀ ਹੁਣੇ ਬਾਹਰੋਂ ਲਿਆ ਕੇ ਇੱਥੇ ਲਾਈ ਗਈ। ਔਰ ਜਿੰਨੀਆਂ ਵੀ ਮਸ਼ੀਨਾਂ ਹੈਗੀਆਂ ਇਹ ਵੀ ਦੱਸਿਆ ਗਿਆ ਹੈਗਾ ਵੀ ਬਾਹਰੋਂ ਜਰਮਨੀ ਤੋਂ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਅਪ ਟੂ ਡੇਟ ਬਿਲਕੁਲ ਨਵੀਆਂ ਜਿੰਨੀ ਵੀ ਹੈਗੀ ਮਸ਼ੀਨਾਂ ਇੱਥੇ ਲਾ ਰਹੇ ਹੈਗੇ। ਅਸੀਂ ਗੱਲ ਲੁਧਿਆਣੇ ਦੀ ਕਰ ਰਹੇ ਹਾਂ, ਲੁਧਿਆਣੇ ਦੇ ਵਿੱਚ ਹਾਂ ਅਸੀਂ, ਹੋਰ ਕਿਸੇ ਮੁਲਕ ਦੇ ਵਿੱਚ ਨਹੀਂ। ਸੋ ਆਓ ਅਸੀਂ ਦੇਖਦੇ ਹੈਗੇ ਹਾਂ ਕਿ ਕੀ ਆ। ਤੇ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਜਿਹੜੀ ਇਹ ਮਸ਼ੀਨ ਹੈ, ਇਹ ਜਿਹੜੀ ਨਵੀਂ ਮਸ਼ੀਨ ਹੈ, ਇਹਨੇ ਕੀ ਕਰਨਾ? ਇਹਦਾ ਉਦਘਾਟਨ ਕੱਲ੍ਹ ਕੀਤਾ ਗਿਆ। This is CBCT, Cone Beam Computed Tomography. Very few machines are there in Ludhiana. And there are very few centers which have CBCT installed in them. CBCT के फ़ायदे तो बहुत ही ज़्यादा हैं क्योंकि through this we get a 3D image of the patient. जो नॉर्मली हमें दिखता है, जो हम 2D एक्सरेज लेते हैं, जो कई जगहों पे होता है, बट दिस इज़ समथिंग डिफरेंट बिकॉज इसमें छोटी से छोटी चीज़ें पता चल जाती है। 3D व्यू में पेशेंट के एक सिंगल दांत को कोई भी पैथोलॉजी हो, चाहे वो ट्रॉमा है या कोई इम्प्लांट केस है, तो हमें उसका पूरा प्लानिंग और पूरा सिचुएशन पैथोलॉजी इससे पता चल जाती है। कि जिदा
MRI ਸਕੈਨ ਵਰਗੀ ਜਾਂ ਸਿਮਿਲਰ? इज़ क्वाइट डिफरेंट। ये हमारे डेंटिस्ट्री में यूज़ होती है। जो सीटी स्कैन हम करते हैं नॉर्मली जनरल मेडिसिन के पेशेंट्स जो करवाते हैं, हम ओरल मेडिसिन और अपने डेंटिस्ट्री में वी गो फॉर कोन बीम। इसमें पेशेंट को रेडिएशन एक्सपोजर भी बहुत कम होता है एंड काफ़ी सेक्शनल इमेजेस इन 3D व्यू मिल जाती है। So where you got this machine from? We got this machine. This is Dentsply, and we have got this machine. These are installed from. These are made in Germany, and installed in our city of Ludhiana in BJS Dental College. So how many machines there are in Ludhiana or in Punjab? In Punjab, technically we can't. I cannot give a correct number, but yes, in Ludhiana there are very few machines. Very few places have installed this machine, and our BJS is one. And one more thing is there that charges here will be very less because every scan which is done in different places, they are charged very high. But in our college, they will be charged in minimal rates to the patient. So patients जितने भी आएंगे उनको बहुत ही बढ़िया फैसिलिटी मिलेगी। हाँ जी, काफ़ी फैसिलिटी मिलेगी और जितने भी डिपार्टमेंट्स हैं सबके लिए ये यूज़फुल है ये मशीन। लाइक फॉर इम्प्लांट एनालिसिस, फॉर एंडोडोंटिक एनालिसिस और ऑर्थो ट्रीटमेंट्स के लिए। हमारे लिए कोई ट्रॉमा केस आता है, कोई एक्सीडेंट केस आता है, कोई भी पैथोलॉजी, कैंसर एंड ऑल, वी कैन फाइंड आउट हाउ थिंग्स आर इन द पेशेंट्स माउथ। अच्छा थोड़ी जी ਤੁਸੀਂ ਦਿਖਾ ਸਕਦੇ ਹੋ ਕਿਸ ਤਰ੍ਹਾਂ ਆਪਰੇਟ ਹੁੰਦੀ ਹੈ ਕਿ नहीं? हाँ जी, पेशेंट चाहिए तो केस में अच्छा अच्छा अभी पेशेंट्स। हाँ जी, अभी क्योंकि प्रॉपर केस होना चाहिए। अच्छा जो कॉम्प्लेक्स केसेस होते हैं तो वी डू इट फॉर दैट। ਬਹੁਤ ਬਹੁਤ ਧੰਨਵਾਦ ਆ ਆਪ ਜੀ ਨੇ ਜੋ ਸਾਰੀ ਇੰਟਰੋਡਕਸ਼ਨ ਦਿੱਤੀ ਹੈ। ਮਸ਼ੀਨ ਜਿਹੜਾ ਨੇੜੇ ਹੋ ਕੇ ਦੇਖ ਲੈਂਦੇ ਹਾਂ ਤੇ ਉਹ ਲੱਗਦਾ ਵੀ ਕਾਫੀ ਟੈਕਨੀਕਲ ਤਰੀਕੇ ਦੇ ਨਾਲ ਇਹ ਮਸ਼ੀਨ ਜਿਹੜੀ ਹੈ ਇਹ ਕੰਮ ਕਰੇਗੀ। ਸੋ ਇਹ ਲੱਗਦਾ ਤਾਂ ਇਸ ਤਰ੍ਹਾਂ ਹੈਗਾ ਵੀ ਇਹ ਮਸ਼ੀਨਾਂ ਬਹੁਤ ਘੱਟ ਨੇ ਤੇ ਜੇ ਇਸ ਹਸਪੀਟਲ ਔਰ ਕਾਲਜ ਦੇ ਵਿੱਚ ਮਸ਼ੀਨ ਲੱਗੀ ਹੋਈ ਹੈ ਤੇ ਆਉਣ ਵਾਲੇ ਜਿੰਨੇ ਵੀ ਮਰੀਜ਼ ਇੱਥੇ ਆਉਣਗੇ ਉਹਨਾਂ ਦੀ ਟ੍ਰੀਟਮੈਂਟ ਦੇ ਲਈ ਹੀ ਬਹੁਤ ਹੀ ਲਾਭਦਾਇਕ ਹੋਏਗੀ। ਇਹ ਜਿਹੜੀ ਮਸ਼ੀਨ ਹੈ ਇਹਦੇ 'ਚ ਜਦੋਂ ਪੇਸ਼ੈਂਟ ਜਿਹੜਾ ਮਰੀਜ਼ ਆਉਂਦਾ ਉਹਨੂੰ ਜਦੋਂ ਸਕੈਨ ਕੀਤਾ ਜਾਂਦਾ ਹੈਗਾ ਉਹ ਸਾਰੀ ਦੀ ਸਾਰੀ ਜਿਹੜੀ ਉਹਦੀ ਫੋਟੋ ਜਾਂ ਜੋ ਵੀ ਉਹ ਸਕੈਨ ਕੀਤੀ ਦੀ ਇਮੇਜ ਹੈਗੀ ਆ ਉਹ ਫਿਰ ਕੰਪਿਊਟਰ ਦੇ ਉੱਤੇ ਆ ਜਾਂਦੀ ਆ ਤੇ ਜਦੋਂ ਕੰਪਿਊਟਰ ਦੇ ਉੱਤੇ ਦੇਖਦੇ ਹੈਗੇ ਆ ਉਹ ਦੇਖੋ ਜਿਸ ਤਰ੍ਹਾਂ ਹੁਣ ਚੱਲ ਰਿਹਾ ਹੈਗਾ ਉਹ 3D ਤੇ ਇਸੇ ਤਰ੍ਹਾਂ ਕੱਲੀ ਕੱਲੀ डिटेल उस पेशेंट के मूँह की दंदां की आ जाती है तो जदों ये डॉक्टर्स इनू देखणगे उन्होंने सारी की सारी दी ट्रीटमेंट करने के लिए एन पता चल जाएगा भी ये की तकलीफ है की है किद्दां है तो वो सारी सारी हैगी है। डॉक्टर साहब जदों तुसीं इस चीज़ नूं देखदे हो जिद्दां हुण तुसीं सारा देखिया जदों ये देखदे हो तो पेशेंट्स की कल्ली कल्ली चीज़ का तुहानूं पता चल जाता है तो उन्होंने ट्रीट करने के लिए सौखा हो जाएगा है ना। जैसे ये आप देख सकते हैं एक टूथ है, कितना हमारे टूथ के बाहर आ रहा है, कितना नर्व को हिट कर रहा है, वी कैन ऑल फाइंड इट आउट थ्रू दिस इमेज। दिस इज़ हाउ वी कैन सी हाउ द टूथ इज़ अलाइंड इन द पेशेंट्स जॉ विच इज़ नॉट इरप्टेड। जो माइनर एनाटॉमिक डिटेल्स होती है वो भी हमें इस मशीन से पता चल जाती है इन लेयर्स। सो दिस इज़ वेरी यूजफुल टू द पेशेंट। एंड ऑल्सो वन मोर थिंग विच इज़ गुड रिगार्डिंग दिस इज़ रेडिएशन डोज बहुत कम होता है और साथ में ही हमें सॉफ्ट कॉपीज़ पेशेंट को देना ईजी रहता है। सो पेशेंट कैन एक्सेस द सॉफ्ट कॉपी कहीं भी, इंडिया के क्या वर्ल्ड के किसी भी, ग्लोबली वी कैन शेयर द सॉफ्ट कॉपीज़ ऑफ द पेशेंट्स रिपोर्ट टू एनी पर्सन। बहुत बहुत धन्यवाद, थैंक यू। ਇਹ ਦੇਖੋ ਜੀ ਇਹੋ ਜਿਹੀਆਂ ਜਿਹੜੀਆਂ ਮਸ਼ੀਨਾਂ ਹੈਗੀਆਂ ਜਿੱਦਾਂ ਮੈਂ ਪਹਿਲੇ ਕਿਹਾ ਵੀ ਅਸੀਂ ਹੋਰ ਕਿਸੇ ਮੁਲਕ ਦੇ ਵਿੱਚ ਨਹੀਂ, ਅਸੀਂ ਲੁਧਿਆਣੇ ਦੇ ਵਿੱਚ ਹੀ ਹਾਂ ਜਿਹੜੀਆਂ ਵਰਲਡ ਦੀਆਂ ਜਿਹੜੀਆਂ ਤਕੜੀਆਂ ਤੋਂ ਤਕੜੀਆਂ ਮਸ਼ੀਨਾਂ ਹੈਗੀਆਂ। ਇੱਕ ਇਹ OPG ਰੂਮ ਹੈਗਾ ਇਹਦੇ ਵਿੱਚ ਵੀ ਇਸੇ ਤਰ੍ਹਾਂ ਮਸ਼ੀਨਾਂ ਹੈਗੀਆਂ ਜਿਹੜੀਆਂ ਹਰ ਪੇਸ਼ੈਂਟ ਦੀ ਤੁਸੀਂ ਹੈਰਾਨ ਹੋਵੋਗੇ ਕਿ ਜੋ ਇਹ ਬਾਬਾ ਜੀ ਨੇ ਜਿਹੜੀ ਇਹ ਚੀਜ਼ਾਂ ਨੂੰ ਲੈ ਕੇ ਇਹ ਗੁਰਦੁਆਰੇ ਦੇ ਜਿਹੜਾ ਪੈਸਾ ਚੜ੍ਹਦਾ ਹੈਗਾ ਤੁਹਾਡਾ ਸੰਗਤ ਦਾ ਹੀ ਪੈਸਾ ਹੈਗਾ ਉਸ ਪੈਸੇ ਨੂੰ ਕਿਸ ਤਰ੍ਹਾਂ ਕਿਹੜੇ ਤਰੀਕੇ ਦੇ ਨਾਲ ਵਰਤਿਆ ਜਾਂਦਾ ਅਤੇ ਜਿਹੜੇ ਇੱਥੋਂ ਦੇ ਲੋਕ ਹੈਗੇ ਉਹਨਾਂ ਲੋਕਾਂ ਨੂੰ ਕਿੰਨੀ ਸਹੂਲਤ ਦਿੱਤੀ ਜਾ ਰਹੀ ਹੈਗੀ ਆ ਇਹ ਚੀਜ਼ ਦੇਖਣ ਦੀ ਲੋੜ ਹੈਗੀ ਆ। ਅੱਜ ਦੇ ਜ਼ਮਾਨੇ ਦੇ ਵਿੱਚ ਇਹਨਾਂ ਚੀਜ਼ਾਂ ਦੀ ਸਾਨੂੰ ਬਹੁਤ ਲੋੜ ਹੈ ਕਿਉਂਕਿ ਜੇ ਗੁਰਦੁਆਰਿਆਂ ਦੇ ਵਿੱਚ ਸੰਗਮਰਮਰ ਹੀ ਲਾਈ ਜਾਣਾ ਤਾਂ ਉਹਦੇ ਨਾਲੋਂ ਮੈਨੂੰ ਲੱਗਦਾ ਕਿ ਵੀ ਬਹੁਤ ਬਿਹਤਰ ਚੀਜ਼ ਹੈਗੀ ਹੈ ਜਿਹਦੇ ਨਾਲ ਸਾਰੇ ਸੰਗਤਾਂ ਨੂੰ ਲੋਕਾਂ ਨੂੰ ਜਿਹੜੇ ਗਰੀਬ ਹੈਗੇ ਖਾਸ ਕਰਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਬਹੁਤ ਹੀ ਫਾਇਦਾ ਹੈਗਾ ਅਤੇ ਇਹ ਫਾਇਦਾ ਜਿਹੜਾ ਹੈਗਾ ਐਵੇਂ ਨਹੀਂ ਹੈ ਕਿਉਂਕਿ ਇੱਥੇ ਇਹ ਵੀ ਦੇਖਿਆ ਜਾਂਦਾ ਹੈਗਾ ਜਿਹੜਾ ਗਰੀਬ ਪੈਸੇ ਨਹੀਂ ਦੇ ਸਕਦਾ ਉਸ ਦਾ ਇਲਾਜ ਜਿਹੜਾ ਹੈਗਾ ਉਹ
ਪੈਸਿਆਂ ਦੇ ਨਾਲ ਨਹੀਂ, ਤੇ ਉਹ ਪਹਿਲੇ ਉਹਨੇ ਕਹਿੰਦੇ ਜੀ ਅਸੀਂ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ ਤੁਹਾਡਾ ਇਲਾਜ ਜਿਹੜਾ ਉਹ ਫ੍ਰੀ ਕੀਤਾ ਜਾਂਦਾ। फिर कर वैसो हर जन प्यारे सतगुर तुमरे काज सवारे। फिर कर वैसो हर जन प्यारे सतगुर तुमरे काज सवारे। तुमरे काज सवारे तुमरे काज सवारे तुमरे काज सवारे। ਜਿਹੜੀ ਡਿਪਾਰਟਮੈਂਟ ਹੈਗੀ ਦੰਦ ਲਗਾਉਣ ਦਾ ਵਿਭਾਗ, ਇਹ ਜਿਹੜੀ ਡਿਪਾਰਟਮੈਂਟ ਹੈਗੀ ਹੈ ਇਹਦੇ ਵਿੱਚ ਜਿਹੜੇ ਦੰਦ ਲਗਾਏ ਜਾਂਦੇ, ਜਦੋਂ ਸਾਰਾ ਪੇਸ਼ੈਂਟ ਆ ਜਾਂਦਾ ਉਹਦੀ ਜਿਹੜੀ ਟ੍ਰੀਟਮੈਂਟ ਹੋਣ ਤੋਂ ਬਾਅਦ ਫਿਰ ਜਿਹੜੇ ਦੰਦ ਲੱਗਣੇ ਹੁੰਦੇ ਆ ਅਖੀਰ ਦੇ ਉੱਤੇ, ਇਹ ਉਹ ਡਿਪਾਰਟਮੈਂਟ ਹੈਗੀ ਆ, ਇਹਦੀ ਜਿਹੜੀ ਮਸ਼ੀਨਾਂ ਆ ਕੇ ਅੰਦਰ ਦੇਖਦੇ ਆ। तुमरे काज सवारे सतगुर तुमरे काज सवारे। ਜਿਵੇਂ ਹੁਣ ਤੁਸੀਂ ਸਾਰਾ ਦੇਖਦੇ ਆ ਰਹੇ ਹੋ, ਜਿੰਨੇ ਵੀ ਮਰੀਜ਼ ਹੈਗੇ ਉਹਨਾਂ ਨੂੰ ਦੇਖਿਆ ਜਾਂਦਾ ਹੈਗਾ। ਹੁਣ HOD ਆਫਿਸ ਜਿਹੜੇ ਹੈਗੇ ਸਾਡੇ ਇੱਥੋਂ ਦੇ ਹੈੱਡ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਦੰਦ ਲਗਾਏ ਜਾਂਦੇ ਆ ਉਹ ਇਸ ਸਟੇਜ ਤੱਕ ਜਦੋਂ ਪਹੁੰਚਦੇ ਆ ਵੀ ਉਦੋਂ ਇੱਥੇ ਤੱਕ ਪਹੁੰਚਣ ਦੇ ਲਈ ਕੀ ਕਰਨਾ ਪੈਂਦਾ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਅਸੀਂ ਗੱਲ ਕਰ ਰਹੇ ਹਾਂ ਜੀ। ਤੁਸੀਂ ਸਾਨੂੰ ਆਏ ਇੱਥੇ, ਜਿਹੜਾ ਆਹ ਸਾਡਾ ਡਿਪਾਰਟਮੈਂਟ ਹੈਗਾ ਇਹਨੂੰ ਡਿਪਾਰਟਮੈਂਟ ਆਫ ਪ੍ਰੋਸਟੋਡੋਂਟਿਕਸ ਕਹਿੰਦੇ ਆਪਾਂ। ਅੱਛਾ ਜੀ। ਇਹਦੇ 'ਚ ਆਰਟੀਫਿਸ਼ੀਅਲ ਟੀਥ, ਇਹਦੇ 'ਚ ਆਪਾਂ ਕਿਸੇ ਪੇਸ਼ੈਂਟ ਦੇ ਮੂੰਹ 'ਚ ਦੰਦ ਨਹੀਂ ਆਏਗਾ, ਚਾਹੇ ਇੱਕ ਸਿੰਗਲ ਟੁੱਥ ਮਿਸਿੰਗ ਹੈ ਜਾਂ ਪੂਰਾ ਦਾ ਪੂਰੇ ਟੀਥ ਮਿਸਿੰਗ ਹੈ ਜੀ। ਉਹ ਲੇਟੈਸਟ ਫੈਸਿਲਿਟੀ ਦੇ ਨਾਲ ਆਪਾਂ ਇੰਕਲੂਡਿੰਗ ਨਾਰਮਲ ਡੈਂਚਰਸ, ਫਿਕਸਡ ਡੈਂਚਰਸ, ਕੱਢਣ ਪਾਉਣ ਵਾਲੇ ਤੇ ਇੰਪਲਾਂਟਸ। ਅੱਛਾ। ਇੰਪਲਾਂਟਸ ਫੁੱਲ ਮਾਊਥ ਇੰਪਲਾਂਟ ਕਰੀਦਾ ਆਪਾਂ। ਸਾਡੇ ਕੋਲ ਆਪਣੀ ਇਨ ਹਾਊਸ ਲੈਬ ਹੈ, ਸਭ ਕੁਝ ਇੱਥੇ ਹੀ ਫੈਬਰੀਕੇਟ ਹੁੰਦਾ ਹੈ। ਕੋਈ complicated cases ਸਾਨੂੰ ਤੇ ਜ਼ਰੂਰਤ ਪੈ ਸਕਦੀ ਹੈ ਤਾਂ ਹਰ ਪ੍ਰੋਵੀਜ਼ਨ ਹੈ, ਐਨੀਵੇਅਰ ਇਨ ਇੰਡੀਆ ਵੀ ਕੈਨ ਗੈਟ ਦੈਟ ਫੈਸਿਲਿਟੀ ਐਂਡ ਪੇਸ਼ੈਂਟ ਨੂੰ ਮਿਲ ਜਾਏਗੀ। ਤੇ ਜਿਹੜੇ ਜਦੋਂ ਇੰਪਲਾਂਟ ਜਾਂ ਜਿਹੜੀ ਵੀ ਦੰਦ ਹੈਗੇ ਉਹਨਾਂ ਦੀ ਬਣਾਉਣ ਦੀ ਜਿਹੜੀ ਵਿਧੀ ਉਹ ਸਾਰੀ ਹਸਪੀਟਲ ਦੇ ਵਿੱਚ ਮੌਜੂਦ ਇਨ ਹਾਊਸ ਸਭ ਕੁਝ ਹੈਗਾ। ਮਤਲਬ ਉਹ ਤੁਹਾਨੂੰ ਕੁਝ ਕੇਸਿਸ ਕੰਪਲਿਕੇਟਿਡ ਕੇਸਿਸ ਕਈ ਵਾਰੀ ਅੱਜ ਕੱਲ੍ਹ ਉਹ ਵੀ ਫੈਸਿਲਿਟੀਜ਼ ਹੁਣ ਜਿਵੇਂ ਆਪਾਂ CBCT ਲੈ ਲਈ ਹੈ, ਹੁਣ ਮਸ਼ੀਨ ਸਾਡੇ ਕੋਲ ਹੈਗੀ ਹੈ ਤੇ ਰੀਸੈਂਟਲੀ ਆਪਾਂ ਕੁਝ ਹੋਰ ਇੱਕ ਦੋ ਮਸ਼ੀਨ ਇਨਕੋਰਪੋਰੇਟ ਕਰਨ ਜਾ ਰਹੇ ਹਾਂ। ਤੇ ਜਿਹੜੀ ਤੁਹਾਡੀ ਲੈਬ ਹੈਗੀ ਜਿੱਥੇ ਤੁਸੀਂ ਦੰਦ ਬਣਾਉਂਦੇ ਹੋ ਉਹ ਇੱਥੇ ਹੀ ਐਸੇ ਫਲੋਰ ਤੇ ਜਾਂ ਅੱਗੇ ਹੈ? ਇਸ ਫਲੋਰ ਤੇ ਹੈਗੀ ਹੈ। ਅੱਛਾ ਜੀ। ਕੁਝ ਇਸ ਫਲੋਰ ਤੇ ਹੈਗਾ। ਅੱਛਾ ਜੀ। ਪੇਸ਼ੈਂਟ ਨੂੰ ਬੇਸਿਕਲੀ ਉਹ ਆਇਆ ਲੈਬ ਦਾ ਲਿੰਕ ਸਾਡੇ ਨਾਲ ਹੀ ਹੁੰਦਾ। ਪੇਸ਼ੈਂਟ ਨੂੰ ਆਪਾਂ ਫੈਬਰੀਕੇਟ ਕਰਕੇ ਤੇ ਵਿਦਿਨ ਫਿਊ ਡੇਜ਼ ਅਰਲੀਐਸਟ ਪੋਸੀਬਲ, ਸਾਨੂੰ ਕਿਉਂਕਿ ਬਾਹਰ ਨਹੀਂ ਭੇਜਣਾ ਪੈਂਦਾ ਤੇ ਪੇਸ਼ੈਂਟ ਦਾ ਟਾਈਮ ਵੀ ਘੱਟ ਲੱਗਦਾ ਹੈਗਾ ਤੇ ਆਪਾਂ ਰੀਜ਼ਨੇਬਲ ਵੀ ਟ੍ਰੀਟਮੈਂਟ ਸਾਡਾ ਹੋ ਜਾਂਦਾ ਹੈਗਾ ਬਿਕੋਜ਼ ਲੈਬ ਸਾਡੀ ਆਪਣੀ ਹੈਗੀ ਹੈ ਤੇ ਬੈਸਟ ਆਪਸ਼ਨਸ, ਬੈਸਟ ਪੋਸੀਬਲ ਮਟੀਰੀਅਲ ਆਲ ਓਵਰ ਇੰਡੀਆ ਕੀ ਆਲ ਓਵਰ ਵਰਲਡ ਜੋ ਅਵੇਲੇਬਲ ਹੈ ਵੀ ਆਰ ਹੈਵਿੰਗ ਤੇ ਆਪਾਂ ਪੇਸ਼ੈਂਟ ਨੂੰ ਫੈਸਿਲਿਟੀ ਦਿੰਦੇ ਹਾਂ ਤੇ ਐਟ ਵੈਰੀ ਰੀਜ਼ਨੇਬਲ ਅਮਾਊਂਟ। ਚਲੋ ਅਸੀਂ ਲੈਬ ਦੇ ਵਿੱਚ ਵੀ ਜਾਣੇ ਦੇਖਦੇ ਹਾਂ ਕਿਤੇ ਹੈਗੀ ਹੈ। ਬਹੁਤ ਬਹੁਤ ਧੰਨਵਾਦ। ਹੁਣ ਜਿਹੜੀ ਡਾਕਟਰ ਸਾਹਿਬ ਉਹਦੀ ਗੱਲ ਹੈਡ ਕਰ ਰਹੇ ਸੀ ਸਾਨੂੰ ਵੀ ਜਿਹੜੇ ਇੰਪਲਾਂਟ ਆਉਂਦੇ ਹੈਗੇ ਆ, ਇੰਪਲਾਂਟ ਦੇ ਜਿਹੜੀ ਇੰਪ੍ਰੈਸ਼ਨ ਲੈਂਦੇ ਦੰਦਾਂ ਦੀ ਉਹਨੂੰ ਕਿਸ ਤਰ੍ਹਾਂ ਬਣਾਇਆ ਜਾਂਦਾ। ਹਾਂਜੀ ਟੈਕਨੀਸ਼ੀਅਨ ਸਾਹਿਬ ਸਾਨੂੰ ਦੱਸੋ, ਜਿਹੜਾ ਇੰਪਲਾਂਟ ਤੁਸੀਂ ਕਰਦੇ ਹੋ ਦੰਦਾਂ ਦਾ ਉਹਦੀ ਕੀ ਪ੍ਰੋਸੀਜਰ ਹੈਗਾ? ਸਰ ਐਕਚੁਅਲੀ ਪਹਿਲਾਂ ਸਾਡੇ ਕੋਲ ਇੰਪ੍ਰੈਸ਼ਨ ਆਉਂਦਾ ਜੀ। ਇੰਪ੍ਰੈਸ਼ਨ ਆਉਣ ਤੋਂ ਬਾਅਦ ਉਹਨੂੰ ਪੋਰ ਕੀਤਾ ਜਾਂਦਾ ਜੀ। ਪੋਰ ਕਰਨ ਤੋਂ ਬਾਅਦ ਇੱਕ ਜਿਗ ਟਰਾਇਲ ਬਣਾਇਆ ਜਾਂਦਾ ਜੀ, ਇਹਨੂੰ ਜਿਗ ਕਹਿੰਦੇ ਆ ਜੀ। ਠੀਕ ਹੈ ਜੀ। ਇਹਨੂੰ ਪੇਸ਼ੈਂਟ ਦੇ ਮੂੰਹ ਦੇ ਵਿੱਚ ਐਜ਼ ਇਟ ਫਿੱਟ ਕਰਕੇ ਇਹਦੀ ਫਿਟਿੰਗ ਚੈੱਕ ਕੀਤੀ ਜਾਂਦੀ ਹੈ, ਪੋਜੀਸ਼ਨ ਇੰਪਲਾਂਟ ਦੀ ਸਹੀ ਹੈ ਜਾਂ ਇੰਪ੍ਰੈਸ਼ਨ ਬਿਲਕੁਲ ਓਕੇ ਹੈ। ਜਦੋਂ ਇਹ ਫਿਟਿੰਗ ਓਕੇ ਹੋ ਗਈ ਜੀ, ਇਸ ਤੋਂ ਬਾਅਦ ਆਪਾਂ ਅਬਟਮੈਂਟ ਲਗਾਉਂਦੇ ਆ। ਇਹਨੂੰ ਰਿਮੂਵ ਕਰਕੇ ਇਹਦੇ ਉੱਪਰ ਅਬਟਮੈਂਟ ਲੱਗਦੇ ਆ ਜੀ। ਉਹਦੀ ਐਡਜਸਟਮੈਂਟ ਹੁੰਦੀ ਹੈ ਜੀ ਅਕਲੂਜ਼ਲ ਦੇ ਨਾਲ, ਓਪੋਜ਼ਿਟ ਕਾਸਟ ਦੇ ਨਾਲ ਸਪੇਸ ਪ੍ਰੋਪਰ ਕ੍ਰੀਏਟ ਕਰਕੇ ਉਸ ਤੋਂ ਬਾਅਦ ਵੈਕਸ ਪੈਟਰਨ ਬਣਾਇਆ ਜਾਂਦਾ ਜੀ। ਵੈਕਸ ਪੈਟਰਨ
ਜਿਵੇਂ ਆਪਣੀ ਇਹ ਆ ਜੀ, ਇਹਦੇ ਉੱਪਰ ਬਿਲਡਅਪ ਕਰ ਰਹੇ ਨਾ ਆਪਾਂ। ਵੈਕਸ ਬਣਾਉਣ ਤੋਂ ਬਾਅਦ ਇਹਨੂੰ ਇਨਵੈਸਟ ਕਰਕੇ ਕਾਸਟਿੰਗ ਕੀਤੀ ਜਾਂਦੀ ਜੀ। ਇੰਡਕਸ਼ਨ ਕਾਸਟਿੰਗ ਮਸ਼ੀਨ ਹੈ ਸਾਡੇ ਕੋਲ, ਉਹਦੇ ਨਾਲ ਮੈਟਲ ਆਪਣਾ ਹੁੰਦਾ ਉਹ, ਤੇ ਉਹਨੂੰ ਮੈਲਟ ਕਰਕੇ ਇਹਦੇ ਵਿੱਚ ਜਿਹੜਾ ਇਨਵੈਸਟਮੈਂਟ ਰਿੰਗ ਬਣਾਇਆ ਜਾਂਦਾ ਉਹ 'ਚ ਫਲੋ ਹੋ ਕੇ ਜੋ ਆਪਾਂ ਵੈਕਸ 'ਚ ਪੈਟਰਨ ਬਣਾਇਆ ਹੁੰਦਾ ਉਹ ਮੈਟਲ 'ਚ ਬਣ ਕੇ ਆ ਜਾਂਦਾ ਜੀ। ਫਿਰ ਮੈਟਲ ਨੂੰ ਕਲੀਨ ਕਰਕੇ ਆਪਾਂ ਪ੍ਰੋਪਰ ਇਹਦੇ ਉੱਪਰ ਸੀਟ ਕਰਾਇਆ ਜਾਂਦਾ, ਤੇ ਉਹਦੀ ਥਿਕਨੈਸ ਨੂੰ ਜੋ ਵੀ ਆਈਡੀਅਲ ਥਿਕਨੈਸ ਹੈਗੀ ਆ ਉਸ ਹਿਸਾਬ ਨਾਲ ਰਿਡਿਊਸ ਕਰਕੇ ਮੈਟਲ ਦੀ ਇੱਕ ਕੋਪਿੰਗ ਇਹਦੇ ਉੱਪਰ ਬਣਾਈ ਜਾਂਦੀ। ਉਹਦੇ ਉੱਪਰ ਫਿਰ ਆਪਾਂ ਜਿਵੇਂ ਸਾਡੇ ਕੋਲ ਸ਼ੇਡਸ ਹੈਗੇ, ਟੁੱਥ ਕਲਰ, ਜੋ ਵੀ ਪੇਸ਼ੈਂਟ ਦਾ ਟੁੱਥ ਦਾ ਕਲਰ ਹੋਏਗਾ ਸ਼ੇਡ ਗਾਈਡ ਦੇ ਨਾਲ ਮੈਚ ਕਰਕੇ ਜੀ ਆਪਾਂ ਫਿਰ ਉਸੇ ਸ਼ੇਡ ਨੂੰ, ਡੈਂਟੀਨ ਹੁੰਦੀ ਹੈ ਮਟੀਰੀਅਲ, ਬਾਡੀ ਹੁੰਦਾ, ਸ਼ੇਡਸ ਹੁੰਦੇ ਆ ਇਹ ਜੀ। ਇਹਨੂੰ ਆਪਾਂ ਲਿਕੁਇਡ, ਇਹਨਾਂ ਦਾ ਆਉਂਦੇ ਸਪੈਸ਼ਲ ਲਿਕੁਇਡਸ ਆਉਂਦੇ, ਮਿਕਸ ਕਰਕੇ ਬ੍ਰਸ਼ ਦੇ ਨਾਲ ਬਿਲਡਅਪ ਕਰਦੇ ਆ ਉਹਦੇ ਉੱਪਰ ਪ੍ਰੋਪਰ ਸ਼ੇਪ ਤਿਆਰ ਕਰਕੇ। ਫਿਰ ਆਪਣੀ ਇਹ ਫਰਨੈਸ ਹੈਗੀ ਆ, ਇੱਕ ਇਹ ਹੈ ਜੀ ਡੈਂਸਪਲੇ ਦੀ ਹੈ, ਦੂਸਰੀ ਆਪਣੀ ਵੀਟਾ ਦੀ ਹੈ। ਇਹਨਾਂ ਦੇ ਵਿੱਚ ਇਹਨੂੰ ਪਕਾਇਆ ਜਾਂਦਾ ਜੀ। ਪਕਾਉਣ ਤੋਂ ਬਾਅਦ ਪ੍ਰੋਪਰ ਸ਼ੇਪ ਫਿਨਿਸ਼ਿੰਗ ਕਰਕੇ ਫਾਈਨਲ ਤਿਆਰ ਇਹਦੇ ਵਿੱਚ ਹੁੰਦੇ ਆ ਜੀ। ਤੇ ਮੈਂ ਸਰ ਹੋਰ ਇਹ ਸਵਾਲ ਪੁੱਛਣਾ ਜੀ, ਜਿਹੜੇ ਜਦੋਂ ਇੰਪਲਾਂਟ ਤੁਸੀਂ ਕਰ ਦਿੰਦੇ ਹੋ, ਕਿਉਂਕਿ ਜਿਹੜੇ ਰੱਬ ਨੇ ਦੰਦ ਬਣਾਏ ਹੁੰਦੇ ਆ ਇਹ ਉਹ ਤਾਂ ਨਿਕਲ ਜਾਂਦਾ, ਤੇ ਇਹ ਜਿਹੜਾ ਹੈਗਾ ਇਹ ਪਰਮਾਨੈਂਟ ਔਰ ਕਿੰਨਾ ਕੁ ਇਫੈਕਟਿਵ ਹੁੰਦਾ ਹੈ, ਕਿਉਂਕਿ ਇਹ ਹਿੱਲਣ ਹੁਲਣ ਦਾ ਡਰ ਤਾਂ ਨਹੀਂ ਹੁੰਦਾ ਮਗਰੋਂ ਹੋਣੀ? ਸਰ ਇਹ ਬੋਨ ਸਪੋਰਟ ਦੇ ਉੱਪਰ ਹੀ ਹੁੰਦਾ ਵੈਸੇ ਤਾਂ, ਪੇਸ਼ੈਂਟ ਦੀ ਬੋਨ ਕਿੰਨੀ ਕੁ ਸਟਰੋਂਗ ਹੈਗੀ ਆ ਜੀ, ਲਾਈਫ ਉਸ 'ਤੇ ਡਿਪੈਂਡ ਕਰਦੀ ਹੈ। ਇੰਪਲਾਂਟ ਦਾ ਤਾਂ ਕੋਈ ਉਹਦੇ ਵਿੱਚ ਇੰਨਾ ਹੁੰਦਾ ਨਹੀਂ ਰੋਲ ਜ਼ਿਆਦਾ। ਹੈ ਤੇ ਪਰਮਾਨੈਂਟ ਨੇ, ਜਦੋਂ ਲਗਾ ਦਿੱਤਾ ਫਿਰ ਇਹਨੂੰ ਕੱਢਣ ਦੀ ਲੋੜ ਨਹੀਂ, ਕੱਢਣ ਦੀ ਨਹੀਂ, ਇਹ ਫਿਕਸ ਹੁੰਦੇ ਆ ਜੀ। ਅੱਛਾ ਜੀ। ਸੋ ਇਹ ਬੜੀ ਤੁਸੀਂ ਜਿਹੜੀ ਟੈਕਨੋਲੋਜੀ ਜਿਹੜੀ ਹੈਗੀ ਇਹ ਕਰ ਦਿੱਤੀ ਹੈਗੀ ਹੈ, ਕਿਉਂਕਿ ਜਦੋਂ ਬੰਦੇ ਦੇ ਦੰਦ 'ਚ ਨਿਕਲ ਜਾਂਦੇ ਤਾਂ ਖਾਣ ਖੂਣ ਦੀ ਤਕਲੀਫ ਆਉਂਦੀ ਹੈ, ਇਹ ਜਾਨੀ ਪਰਮਾਨੈਂਟ ਫੀਚਰ ਹੈ, ਕਿਉਂਕਿ ਡੈਂਟਲ ਕੱਢਣ ਕੁੱਢਣ ਦੀ ਲੋੜ ਨਹੀਂ। ਨਹੀਂ ਸਰ, ਇਹ ਫਿਕਸ ਵਾਲਾ ਹੁੰਦਾ, ਫਿਕਸ ਪ੍ਰੋਸੈਸਿਸ ਹੁੰਦੇ ਆ। ਜਿਹੜਾ ਆਪਣਾ ਕੱਢਣ ਪਾਉਣ ਵਾਲੇ ਹੁੰਦੇ ਆ ਪਲੇਟਸ, ਉਹ ਦੂਸਰੀ ਲੈਬ 'ਚ ਬਣਦੇ ਆ, ਉਹ ਵੀ ਬਣਾਏ ਜਾਂਦੇ ਜੀ ਇੱਥੇ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਇਸੇ ਤਰ੍ਹਾਂ ਕੰਮ ਕਰਦੇ ਰਹੋ ਵਧੀਆ, ਤੇ ਪੇਸ਼ੈਂਟ ਨੂੰ ਸਾਰਿਆਂ ਨੂੰ ਸਹੂਲਤਾਂ ਮਿਲਦੀਆਂ ਰਹਿਣ। दुष्ट दूत परमेश्वर मारे, जन की पैद रखी करतारे। ਹੁਣ ਅਸੀਂ ਡਾਕਟਰ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਆਫਿਸ ਦੇ ਵਿੱਚ ਆਏ ਹਾਂ, ਜਿਹੜੇ ਕਿ ਇਸ ਡੈਂਟਲ ਹਸਪੀਟਲ ਦੇ ਪ੍ਰਿੰਸੀਪਲ ਨੇ। ਉਹਨਾਂ ਦੇ ਕੋਲੋਂ ਹੁਣ ਅਸੀਂ ਪੁੱਛਦੇ ਹੈਗੇ ਵੀ ਕਿੰਨੇ ਕੁ ਮਰੀਜ਼ ਇੱਥੇ ਆਉਂਦੇ ਨੇ, ਤੇ ਖਾਸ ਕਰਕੇ ਜਿਹੜੇ ਡਾਕਟਰਸ ਇੱਥੋਂ ਤਿਆਰ ਹੋ ਕੇ ਪੜ੍ਹਾਈ ਕਰਕੇ ਬਾਹਰ ਪਾਸੇ ਜਾਂਦੇ ਉਹਨਾਂ ਨੂੰ। ਡਾਕਟਰ ਹਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ। ਇਸ ਹਸਪੀਟਲ ਦੀ ਜਿਹੜੀ ਬਣਤਰ ਹੈ ਉਹ ਬਣ ਗਈ ਹੈ, ਅਸੀਂ ਦੇਖੀਏ ਆਲੇ ਦੁਆਲੇ ਸਾਰਾ ਕੁਝ। ਤਕਰੀਬਨ ਤੁਹਾਡੇ ਕੋਲ ਕਿੰਨੇ ਕੁ ਮਰੀਜ਼ ਦਿਹਾੜੀ ਦੇ ਆ ਜਾਂਦੇ ਹੋਣਗੇ, ਤੇ ਉਹਨਾਂ ਦੀ ਕਿਹੋ ਜਿਹੀ ਹੈ, ਗਰੀਬ ਅਮੀਰ ਜਾਂ ਕਿਹੋ ਜਿਹੇ ਆਉਂਦੇ ਨੇ? ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਆਰ ਇੰਸਟੀਟਿਊਟ। ਜਿੱਥੋਂ ਤੱਕ ਕਿ ਕਿੰਨੇ ਮਰੀਜ਼ ਆਉਂਦੇ ਹਨ, ਤਾਂ ਤਕਰੀਬਨ 300 ਤੋਂ 400 ਮਰੀਜ਼ ਰੋਜ਼ ਹਾਂਜੀ ਇਸ ਹਸਪਤਾਲ ਦੇ ਵਿੱਚ ਆਉਂਦੇ ਹਨ, ਔਰ ਹਰ ਤਬਕੇ ਦਾ ਮਰੀਜ਼ ਜਿਹੜਾ ਹੈਗੇ ਇੱਥੇ ਆਉਂਦੇ ਹਨ, ਚਾਹੇ ਉਹ ਗਰੀਬ ਹੋਣ, ਚਾਹੇ ਉਹ ਮੱਧਮ ਵਰਗੀ ਹੋਣ ਜਾਂ ਉੱਚ ਵਰਗੀ ਖੇਤਰ ਤੋਂ ਆਉਂਦੇ ਹਨ। ਹਰ ਤਰ੍ਹਾਂ ਦੇ ਮਰੀਜ਼ ਆਉਂਦੇ ਹਨ, ਔਰ ਹਰ ਤਰ੍ਹਾਂ ਦੀ ਸੁਵਿਧਾ ਉਹਨਾਂ ਨੂੰ ਇਸ ਹਸਪਤਾਲ ਦੇ ਵਿੱਚ ਦਿੱਤੀ ਜਾਂਦੀ ਹੈ। ਮਤਲਬ ਦੰਦ ਕੱਢਣ ਤੋਂ ਲੈ ਕੇ ਇੰਪਲਾਂਟ ਲਗਾਉਣ ਤੱਕ ਆਲ ਇਨ ਹਾਊਸ। ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਕਾਫੀ ਹਸਪਤਾਲਾਂ ਦੇ ਵਿੱਚ ਜਾਂ ਕਾਲਜਿਸ ਦੇ ਵਿੱਚ ਦੰਦ ਨਾਪ ਲੈਣ ਤੋਂ ਬਾਅਦ ਬਾਹਰ ਲੈਬੋਰੇਟਰੀਜ਼ ਦੇ ਵਿੱਚ ਭੇਜਿਆ ਜਾਂਦਾ ਹੈ ਉਸ ਕੰਮ ਨੂੰ, ਪਰ ਇਸ ਤਰ੍ਹਾਂ ਦਾ ਸਾਡੇ ਕੋਲ ਆਪਣੀਆਂ ਲੈਬੋਰੇਟਰੀਜ਼ ਆਪ ਇਸ ਹਸਪਤਾਲ ਦੇ ਅੰਦਰ ਹੀ ਮੌਜੂਦ ਹਨ। ਤਾਂ ਨਾਪ ਲੈ ਕੇ ਉਸ ਤੋਂ ਬਾਅਦ ਦੰਦ ਵੀ ਇੱਥੇ ਹੀ ਬਣਾਏ ਜਾਂਦੇ ਹਨ ਤੇ ਇੱਥੇ ਹੀ ਲਗਾਏ ਜਾਂਦੇ ਹਨ, ਸੋ ਦੈਟ ਐਵਰੀਥਿੰਗ ਅੰਡਰ ਵਨ ਰੂਫ, ਇੱਕ ਛੱਤ ਦੇ ਨੀਚੇ ਜਿਹੜਾ ਸਾਰਾ ਪ੍ਰੋਸੀਜਰ ਹੈ। ਔਰ ਅੱਜ ਕੱਲ੍ਹ ਤੁਸੀਂ ਦੇਖਿਆ ਹੋਏਗਾ ਬਹੁਤ ਜਗ੍ਹਾ ਐਡਵਰਟਾਈਜ਼ਮੈਂਟਸ ਆਉਂਦੀਆਂ ਹਨ ਕਿ ਸਮਾਈਲ ਇਨ 1 ਆਵਰ, ਸਮਾਈਲ ਇਨ 1 ਡੇ। ਉਹ ਕਨਸੈਪਟ ਵੀ ਅਸੀਂ ਟੋਟਲੀ ਉਸ ਨੂੰ ਲਾਗੂ ਕੀਤਾ ਹੋਇਆ ਹੈ। ਜੇ ਤੁਸੀਂ ਸਮਾਈਲ ਬਣਾਉਣਾ ਚਾਹੁੰਦੇ ਹੋ ਔਰ ਇੱਕ ਦਿਨ ਹੀ ਹੈ ਤੁਹਾਡੇ ਕੋਲ, ਸੋ ਯੂ ਆਰ ਵੈਲਕਮ ਟੂ BGS ਡੈਂਟਲ ਕਾਲਜ ਐਂਡ ਹਸਪੀਟਲ।
ਇਹ ਕਾਫੀ ਵੱਡੀ ਕੰਪਲੈਕਸ ਹੈਗੀ ਹੈ ਤੁਹਾਡੀ ਇਹ ਜਿੰਨੀ ਵੀ ਬਿਲਡਿੰਗ 4 ਫਲੋਰ ਦੀਆਂ ਇੱਦਾਂ, ਤੇ ਜਿਹਦੇ ਵਿੱਚ ਤੁਸੀਂ ਇਹ ਵੀ ਦੇਖਿਆ ਹੈਗਾ ਅਸੀਂ ਕਿ ਜਿਹੜੇ ਤੁਹਾਡੇ ਪੇਸ਼ੈਂਟਸ ਆਉਂਦੇ ਉਹਨਾਂ ਦੇ ਰਿਸ਼ਤੇਦਾਰ ਵੀ ਠਹਿਰ ਸਕਦੇ ਨੇ, ਉਹਨਾਂ ਦੇ ਲਈ ਵੀ ਹੈਗਾ, ਤੇ ਗਰਲਸ ਲਈ ਸੈਪਰੇਟ ਰਹਿਣ ਦਾ ਬੰਦੋਬਸਤ ਹੈਗਾ, ਮੁੰਡਿਆਂ ਲਈ ਸੈਪਰੇਟ, ਤੇ ਹੋਰ ਇਹ ਇੱਕ ਸਾਰੇ ਦਾ ਸਾਰਾ ਕਨਸੈਪਟ ਇਹ ਬਾਬਾ ਜਸਵੰਤ ਸਿੰਘ ਜੀ ਹੋਰਾਂ ਨੇ ਇਹ ਦੇਖਿਆ ਹੈਗਾ ਦੂਰ ਅੰਦੇਸ਼ੀ ਦੇ ਨਾਲ, ਤੇ ਇਹ ਹੈ ਤੇ ਬਹੁਤ ਵਧੀਆ। ਤੇ ਮਤਲਬ ਤੁਹਾਨੂੰ ਕਿਸੇ ਨਾ ਕਿਸੇ ਚੀਜ਼ ਦੀ ਮੁਸ਼ਕਲ ਤਾਂ ਆਈ ਹੋਵੇਗੀ ਕਿਸੇ ਵੇਲੇ? ਗਰੋਸਲੀ ਇਸ ਤਰ੍ਹਾਂ ਦੀ ਕਦੀ ਕੋਈ ਇਸ ਤਰ੍ਹਾਂ ਮੁਸ਼ਕਿਲ ਨਹੀਂ ਲੱਗੀ, ਕਿਉਂਕਿ ਇੰਨੀ ਸਪੇਸ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ। ਇਹ ਪੰਜਾਬ ਦਾ ਸਭ ਤੋਂ ਖੁੱਲ੍ਹਾ ਡੁੱਲਾ ਡੈਂਟਲ ਕਾਲਜ ਐਂਡ ਹਸਪੀਟਲ ਹੈ, ਔਰ ਪੰਜਾਬ ਦਾ ਕੁਝ ਨਹੀਂ, ਮੈਂ ਕਹੂੰਗਾ ਕਿ ਪੂਰੇ ਨਾਰਥ ਇੰਡੀਆ ਦਾ ਇੰਨੀ ਵੱਡੀ ਲੈਂਡ ਤੁਹਾਨੂੰ ਕਿਤੇ ਵੀ ਕਿਸੇ ਵੀ ਡੈਂਟਲ ਕਾਲਜ ਦੇ ਵਿੱਚ ਨਹੀਂ ਮਿਲੇਗੀ, ਜੋ ਬਾਬਾ ਜੀ ਦੀ ਕਿਰਪਾ ਦੇ ਨਾਲ ਸ਼ਹਿਰ ਦੇ ਵਿੱਚੋਂ ਵਿੱਚ ਇੰਨੀ ਵੱਡੀ ਜਗ੍ਹਾ ਮਿਲੀ ਹੈ। ਤੁਸੀਂ ਦੇਖਿਆ ਹੋਣਾ ਗ੍ਰੀਨ ਪੈਚਿਸ ਹੈ, ਹਰ ਜਗ੍ਹਾ ਗ੍ਰੀਨਰੀ ਹੈ, ਟੂ ਕ੍ਰੀਏਟ ਅ ਵੈਰੀ ਕੋਰਡੀਅਲ ਐਨਵਾਇਰਨਮੈਂਟ। ਔਰ ਸਪੇਸ ਦੀ ਕੋਈ ਪ੍ਰੋਬਲਮ ਨਹੀਂ ਹੈ, ਜਿੰਨੇ ਮਰਜ਼ੀ ਸਟੂਡੈਂਟਸ ਹਨ। ਸਾਡੇ ਕੋਲ 100 BDS ਦੀ ਇਨਟੇਕ ਸਾਡੇ ਕੋਲ ਹੈ ਐਵਰੀ ਈਅਰ। ਹਾਂਜੀ, ਮੈਂ ਇਹੀ ਪੁੱਛਣ ਵਾਲਾ ਸੀਗਾ, ਜਿਹੜੇ ਇਹ ਡਾਕਟਰ ਜਿਹੜੇ ਤੁਸੀਂ ਇਨਟੇਕ ਲੈਂਦੇ ਹੋ, ਉਹ ਸਾਰੀ ਦੀ ਸਾਰੀ ਜਿੰਨੀ ਵੀ ਡੈਂਟਲ ਕੁਆਲੀਫਿਕੇਸ਼ਨ ਇੱਥੇ ਕੰਪਲੀਟ ਕਰਕੇ ਜਾਂ ਇੱਥੇ ਵੀ ਕੰਮ ਕਰ ਸਕਦੇ ਜਾਂ ਹੋਰ ਬਾਹਰ ਚਲੇ ਜਾਂਦੇ ਨੇ? ਦੋਨੋਂ ਆਪਸ਼ਨਸ ਦਿੱਤੀਆਂ ਜਾਂਦੀਆਂ ਹਨ ਜੀ। ਸਾਡਾ ਨਾ ਕਿ ਸਿਰਫ ਇੱਕ ਗ੍ਰੈਜੂਏਟ ਡੈਂਟਲ ਕਾਲਜ ਹੈ, ਵੀ ਆਰ ਅ ਪੋਸਟ ਗ੍ਰੈਜੂਏਟ ਡੈਂਟਲ ਸਕੂਲ ਆਲਸੋ। ਇਸ ਦਾ ਮਤਲਬ ਇਹ ਹੈ ਕਿ BDS ਜਿਹੜੀ ਨਾਰਮਲ ਗ੍ਰੈਜੂਏਸ਼ਨ ਹੈ ਉਸ ਤੋਂ ਕਰਨ ਤੋਂ ਬਾਅਦ ਜੇ ਬੱਚੇ ਪੋਸਟ ਗ੍ਰੈਜੂਏਸ਼ਨ ਯਾਨੀ ਕਿ MDS ਕਰਨਾ ਚਾਹਣ, ਉਸ ਦੀ ਵੀ ਸੁਵਿਧਾ ਇੱਥੇ ਸਾਡੇ ਕੋਲ ਉਪਲਬਧ ਹੈ। 5 ਸਪੈਸ਼ਲਿਟੀਜ਼ ਦੇ ਵਿੱਚ ਡੈਂਟਲ ਕਾਉਂਸਲ ਆਫ ਇੰਡੀਆ ਐਂਡ ਗਵਰਨਮੈਂਟ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਪੋਸਟ ਗ੍ਰੈਜੂਏਸ਼ਨ ਦੀ ਫੈਸਿਲਿਟੀ ਸਾਡੇ ਕੋਲ ਹੈ। ਐਡਮਿਸ਼ਨਸ ਥਰੂ ਦਾ ਮੈਡੀਕਲ ਯੂਨੀਵਰਸਿਟੀ ਹੀ ਹੁੰਦੀਆਂ ਹਨ, ਪਰ ਸਾਰੀਆਂ ਆਪਸ਼ਨ ਸਾਡੇ ਕੋਲ ਹਨ। ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਸਾਡੇ ਇੰਸਟੀਚਿਊਟ ਦੇ ਵਿੱਚ PhD ਦੀ ਵੀ ਮਾਨਤਾ ਪ੍ਰਾਪਤ ਹੈ। ਸਾਡੇ ਕੋਲ PhD ਕੈਂਡੀਡੇਟਸ ਵੀ ਆ ਕੇ ਆਪਣੀ PhD ਕਰ ਸਕਦੇ ਹਨ। ਇਹਦੀ ਜੀ ਇਨਟੇਕ ਐਂਡ ਆਊਟਪੁੱਟ ਜਿਹੜੇ ਇਹ ਡਾਕਟਰਸ ਹੈਗੇ ਆ, ਉਹ ਸਾਲ ਦੀ ਕਿੰਨੀ ਕੁ ਜਾਂ ਜ਼ਿਆਦਾ ਹਸਪੀਟਲ ਬਣਿਆ ਹੁਣ ਤੱਕ ਕਿੰਨੇ ਕੁ ਡਾਕਟਰ ਬਣ ਕੇ ਗਏ ਹੋਣਗੇ? 100 ਡਾਕਟਰਸ, 100 ਜਨਰਲ ਡੈਂਟਿਸਟ BDS ਐਂਡ 12 MDS ਪਰ ਈਅਰ ਅਸੀਂ ਪ੍ਰੋਡਿਊਸ ਕਰਦੇ ਹਾਂ। ਔਰ ਇਹ ਬੱਚੇ ਅਲੱਗ-ਅਲੱਗ ਜਗ੍ਹਾਵਾਂ 'ਤੇ ਦੇਸ਼ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੁੰਦੇ ਹਨ। ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਜਿਹੜੇ ਬੱਚੇ ਆਪਣੇ 4 ਸਾਲ ਦਾ BDS ਕੋਰਸ ਕੰਪਲੀਟ ਕਰਕੇ ਜਦੋਂ ਇੰਟਰਨਸ਼ਿਪ ਵਿੱਚ ਆਉਂਦੇ ਹਨ, ਤਾਂ ਅਸੀਂ ਉਹਨਾਂ ਤੋਂ ਫੀਡਬੈਕ ਲਿੱਤਾ ਜਾਂਦਾ ਹੈ ਕਿ ਕਿਹੜੇ ਬੱਚੇ MDS ਕਰਨਾ ਚਾਹੁੰਦੇ ਹਨ, ਕਿਹੜੇ ਬੱਚੇ ਜਨਰਲ ਪ੍ਰੈਕਟਿਸ ਵੱਲ ਜਾਣਾ ਚਾਹੁੰਦੇ ਹਨ, ਆਪਣੀ ਕਲੀਨਿਕ ਖੋਲ੍ਹਣਾ ਚਾਹੁੰਦੇ ਹਨ, ਕਿੰਨੇ ਬੱਚੇ ਬਾਹਰ ਪੜ੍ਹਾਈ ਵਾਸਤੇ ਫੋਰਨ ਕੰਟਰੀਜ਼ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ। ਉਸ ਹਿਸਾਬ 'ਤੇ ਉਹਨਾਂ ਦੇ ਓਰੀਐਂਟੇਸ਼ਨ ਪ੍ਰੋਗਰਾਮਸ ਕੀਤੇ ਜਾਂਦੇ ਹਨ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ ਫॉर ਸੈਟਲਿੰਗ देयर ਫਿਊਚਰ। ਸੋ ਦੈਟ ਇਜ਼ ਦੀ ਟਾਰਗੇਟ। ਯਾ ਡਾਕਟਰ ਸਾਹਿਬ, ਵੈਰੀ ਇੰਪ੍ਰੈਸਿਵ ਵਰਕ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਮਾਂ ਦੇਣ ਦਾ। ਇਸੇ ਤਰ੍ਹਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਤੁਸੀਂ ਜਨਤਾ ਦੀ ਸੇਵਾ ਕਰ ਰਹੇ ਹੋ ਅਤੇ ਜਿਹੜੇ ਡਾਕਟਰ ਤਿਆਰ ਕਰਕੇ ਬਾਹਰ ਭੇਜ ਰਹੇ ਹੋ, ਇੱਥੇ ਰੱਖ ਰਹੇ ਹੋ, ਇਹ ਵੀ ਇੱਕ ਪੰਜਾਬ ਦੀ ਮੇਰੇ ਖਿਆਲ ਬਹੁਤ ਹੀ ਵਧੀਆ ਸੇਵਾ ਹੋ ਰਹੀ ਹੈਗੀ ਹੈ। ਅਤੇ ਜਿਹੜੇ ਸਟੂਡੈਂਟ ਇੱਥੋਂ ਤੁਸੀਂ ਇਹ ਪੈਦਾ ਕਰਕੇ ਉਹਨਾਂ ਨੂੰ ਐਜੂਕੇਸ਼ਨ ਦੇ ਕੇ ਕੰਪਲੀਟ ਚੀਜ਼ ਬਣਾ ਕੇ ਭੇਜ ਰਹੇ ਹੋ। ਆਖਿਰ ਦੇ ਵਿੱਚ ਕੀ ਕਹਿਣਾ ਚਾਹੁੰਦੇ? ਆਖਿਰ ਦੇ ਵਿੱਚ ਮੈਂ ਬਾਬਾ ਜੀ ਦੇ ਸ਼ਬਦਾਂ ਨੂੰ ਦੁਹਰਾਉਣਾ ਚਾਹਾਂਗਾ ਕਿ ਬਾਬਾ ਜੀ ਦਾ, ਬਾਬਾ ਜਸਵੰਤ ਸਿੰਘ ਜੀ ਦਾ ਇੱਕ ਮੁੱਖ ਸੁਪਨਾ ਸੀਗਾ ਆਮ ਜਨਤਾ ਦੀ ਸੇਵਾ। ਮਿਨੀਮਮ ਕਾਸਟ 'ਤੇ ਆਮ ਜਨਤਾ ਦੀ ਸੇਵਾ, ਜਿਨ੍ਹਾਂ ਨੂੰ ਹੋਰ ਕਿਤੇ ਕੋਈ ਉਹ ਸੇਵਾ, ਉਹ ਸੁਵਿਧਾ ਉਪਲਬਧ ਨਹੀਂ ਹੈ, ਉਹ ਇੱਥੇ ਆ ਕੇ ਆਪਣਾ ਇਲਾਜ ਬਹੁਤ ਅੱਛੇ ਤਰੀਕੇ ਨਾਲ ਕਰ ਸਕਣ। ਅਤੇ ਬਾਬਾ ਅਨੰਦ ਰਾਜ ਸਿੰਘ ਜੀ ਉਸੇ ਲਾਈਨ 'ਤੇ ਚੱਲਦੇ ਹੋਏ ਉਹਨਾਂ ਦੀ ਜਿਹੜੀ ਕੌਨਸ਼ੀਅਸ ਐਫਰਟਸ ਹੈ, ਉਹਨਾਂ ਦੀ ਸਾਨੂੰ ਬਹੁਤ ਵੱਡੀ ਸਪੋਰਟ ਹੈ, ਔਰ ਉਹਨਾਂ ਦੀ ਸਪੋਰਟ ਦੇ ਨਾਲ ਹੀ ਇਸ ਸੰਸਥਾ ਨੂੰ ਔਰ ਇਸ ਕਾਲਜ ਨੂੰ ਅਸੀਂ ਲੈ ਕੇ ਜਾ ਰਹੇ ਹਾਂ। ਸਾਡਾ ਮੋਟੋ ਹੈ ਜੀ, ਸਰਵਿੰਗ ਹਿਊਮੈਨਿਟੀ ਥਰੂ ਸਾਇੰਸ। ਸਾਇੰਸ ਦੇ ਥਰੂ ਅਸੀਂ ਹਿਊਮੈਨਿਟੀ ਨੂੰ ਸਰਵਿਸ ਕਰਕੇ ਇਹ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ, ਔਰ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਇਸ ਸਰਵਿਸ ਨੂੰ ਬਹੁਤ ਅੱਛੇ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ, ਡੇ ਇਨ ਐਂਡ ਡੇ ਆਊਟ। ਡਾਕਟਰ ਹਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ। ਇਸੇ ਤਰ੍ਹਾਂ ਵਧੀਆ ਕੰਮ ਕਰਦੇ ਰਹੋ, ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ। ਬਹੁਤ ਬਹੁਤ ਧੰਨਵਾਦ। ਦੂਤ ਪਰਮੇਸ਼ਰ ਮਾਰੇ ਚੰਦ ਕੀ ਪੈਰ ਰੱਖੀ ਕਰਤਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ
ਕਾਲਜ ਔਰ ਹਸਪੀਟਲ ਦੀ ਲਾਇਬ੍ਰੇਰੀ, ਜਿਹਦੇ ਵਿੱਚ ਸਟੂਡੈਂਟਸ ਤੇ ਜਿਹੜੇ ਡਾਕਟਰਸ ਆ ਉਹ ਈ ਲਾਇਬ੍ਰੇਰੀ, ਵਿਜ਼ੂਅਲ ਲਾਇਬ੍ਰੇਰੀ ਤੇ ਆਡੀਓ ਲਾਇਬ੍ਰੇਰੀ ਸਾਰੇ ਹਰ ਕਿਸਮ ਦੀ ਇਹਨਾਂ ਨੇ ਇੱਥੇ ਫੈਸਿਲਿਟੀ ਦਿੱਤੀ ਹੈਗੀ ਆ। ਉਹ ਜਿੰਨਾ ਵੀ ਆਪਣੀ ਪੜ੍ਹਾਈ ਕਰਦੇ ਆ, ਪੜ੍ਹਾਈ ਕਰਨ ਦੇ ਨਾਲ ਉਹ ਇੱਥੇ ਆ ਕੇ ਆਪਣਾ ਲਾਇਬ੍ਰੇਰੀ ਦੀਆਂ ਜਿੰਨੀਆਂ ਦੇਖੋ ਤੁਸੀਂ ਕਿਤਾਬਾਂ ਪਈਆਂ ਹੈਗੀਆਂ ਤੇ ਡੈਸਕ ਤੇ ਚੇਅਰਾਂ ਪੂਰੀ ਫੈਸਿਲਿਟੀ ਦਿੱਤੀ ਹੋਈ ਹੈ ਇਹਨਾਂ ਨੇ। ਤੇ ਹਰ ਕਿਸਮ ਦੀ ਉਹ ਕਹਿੰਦੇ ਕਿ ਭਈ ਵਰਲਡ ਲੈਵਲ ਦੀ ਇਹ ਲਾਇਬ੍ਰੇਰੀ ਹੈਗੀ ਹੈ, ਜਿਹਦੇ ਵਿੱਚ ਹਰ ਕਿਸਮ ਦੀ ਜਿਹੜੀ ਡੈਂਟਿਸਟਰੀ ਰਿਲੇਟਡ ਇਹ ਕਿਤਾਬਾਂ ਹੈਗੀਆਂ ਉਹ ਇਹਦੇ ਵਿੱਚ ਹੈਗੀਆਂ। ਤੇ ਇੱਥੇ ਦੇਖ ਲਓ ਵੀ ਆਹ ਚੀਜ਼ ਸਾਰੀ ਦੀ ਸਾਰੀ ਔਰ ਇਹ ਫ੍ਰੀ ਹੈਗੀ ਆ। ਇਹਦੇ ਵਿੱਚ ਆ ਕੇ ਆਪਣੇ ਜਿਹੜੇ ਡਾਕਟਰ ਜਾਂ ਜਿਹੜੇ ਵੀ ਸਟੂਡੈਂਟਸ ਹੈਗੇ ਆ ਉਹ ਆ ਕੇ ਇੱਥੇ ਆਪਣੀ ਪੂਰੀ ਰਿਸਰਚ ਕਰ ਸਕਦੇ ਹੈਗੇ ਆ। ਸੋ ਇਹ ਵੀ ਇੱਕ ਬਹੁਤ ਵਧੀਆ ਜਿਹੜੀ ਹੈਗੀ ਉਹਨਾਂ ਨੇ ਫੈਸਿਲਿਟੀ ਦਿੱਤੀ ਹੋਈ ਆ ਕਿ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਹੁਣ ਅਸੀਂ ਜਿਹੜਾ ਬੱਚਿਆਂ ਦਾ ਡਿਪਾਰਟਮੈਂਟ ਹੈਗਾ, ਇੱਥੇ ਜਿਹੜੇ ਬੱਚਿਆਂ ਦੇ ਸ਼ੁਰੂ ਤੋਂ ਦੰਦ ਜਿਹੜੇ ਦੇਖੇ ਜਾਂਦੇ, ਚੈੱਕ ਕੀਤੇ ਜਾਂਦੇ, ਉਹਨਾਂ ਦੀ ਜਿਹੜੀ ਟਰੀਟਮੈਂਟ ਹੈਗੀ ਹੈ ਤੁਸੀਂ ਦੇਖ ਸਕਦੇ ਹੋ। ਇਸ ਵੇਲੇ ਇਸ ਬੱਚੀ ਦੀ ਜਿਹੜੀ ਟਰੀਟਮੈਂਟ ਹੈ ਡਾਕਟਰ ਸਾਹਿਬ ਕਰ ਰਹੇ ਹੈਗੇ ਨੇ। ਸੋ ਇਸ ਹਸਪਤਾਲ ਦੇ ਵਿੱਚ ਜਿਹੜੀ ਫੈਸਿਲਿਟੀਜ਼ ਹੈਗੀਆਂ ਤਕਰੀਬਨ ਸਾਰੀਆਂ ਹੀ ਦਿੱਤੀਆਂ ਜਾ ਰਹੀਆਂ ਹੈਗੀਆਂ। ਜਿੱਥੇ ਅਸੀਂ ਦੇਖਿਆ ਕਿ ਮਸ਼ੀਨਾਂ ਤੇ ਜਿਹੜੇ ਦੰਦ ਬਣਾਏ ਜਾਂਦੇ ਹੈਗੇ ਆ, ਤੇ ਇੱਥੇ ਬੱਚਿਆਂ ਨੂੰ ਵੀ ਤਾਂ ਕਿ ਉਹ ਆਪਣੇ ਦੰਦਾਂ ਦੀ ਪੂਰੀ ਚੰਗੀ ਤਰ੍ਹਾਂ ਦੇਖਭਾਲ ਕਰਨ, ਤੇ ਉਹ ਵੀ ਇਹ ਡਿਪਾਰਟਮੈਂਟ ਹੈ। ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮਸ਼ੀਨਾਂ ਹੈਗੀਆਂ ਬੱਚਿਆਂ ਦੇ ਲਈ ਉਹੋ ਜਿਹੀਆਂ ਚੀਜ਼ਾਂ ਬਣਾਈਆਂ ਗਈਆਂ ਹੈਗੀਆਂ ਤਾਂ ਕਿ ਬੱਚੇ ਪੂਰੀ ਤਰ੍ਹਾਂ ਦੇਖ ਸਕਣ ਤੇ ਫੀਲ ਕਰਨ, ਆਪਣੇ ਆਪ ਨੂੰ ਕਿਸੇ ਤਰ੍ਹਾਂ ਡਰ ਨਾ ਮਹਿਸੂਸ ਕਰਨ ਵੀ ਮੈਂ ਜੀ ਦੰਦਾਂ ਦੇ ਹਸਪਤਾਲ ਦੇ ਵਿੱਚ ਆਇਆ ਹੈਗਾ ਜਾਂ ਆਈ ਹੈਗੇ ਆ, ਤੇ ਤਾਂ ਕਿ ਉਹ ਦੇਖ ਸਕਣ ਕਿ ਉਹਦੇ ਦੇਖੋ ਜਿਹੜੀਆਂ ਚੀਜ਼ਾਂ ਜਿਹੜੀਆਂ ਬਣਾਈਆਂ ਹੋਈਆਂ ਉਹਦੇ ਹਿਸਾਬ ਦੇ ਨਾਲ ਹੀ ਬੱਚਿਆਂ ਨੂੰ ਵੀ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸਹੂਲਤ ਦਿੱਤੀ ਕਾਜ ਸਵਾਰੇ, ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ। ਜਿਵੇਂ ਕਿਹਾ ਸੀ ਵੀ ਬੱਚਿਆਂ ਦੇ ਡਿਪਾਰਟਮੈਂਟ ਦੇ ਵਿੱਚ ਅਸੀਂ ਆਏ, ਇਹਨਾਂ ਦੇ ਇਸ ਡਿਪਾਰਟਮੈਂਟ ਦੇ ਹੈੱਡ ਜਿਹੜੇ ਨੇ ਡਾਕਟਰ ਸਾਹਿਬ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਡਾਕਟਰ ਸਾਹਿਬ ਦੇਖੋ ਜਿਹੜੇ ਪੇਸ਼ੈਂਟਸ ਜਿਹੜੇ ਹੈਗੇ ਐਲਡਰਲੀ ਹੈਗੇ ਜਾਂ ਉਹਨਾਂ ਦੇ ਦੰਦਾਂ ਦੀ ਤਾਂ ਗੱਲ ਹੈਗੀ ਹੈ, ਕਿਉਂਕਿ ਸ਼ੁਰੂਆਤ ਬੱਚਿਆਂ ਦੇ ਵੀ ਦੰਦਾਂ ਦਾ ਖਿਆਲ ਰੱਖਣ ਦਾ ਤਰੀਕਾ ਹੈਗਾ। ਉਹਨਾਂ ਨੂੰ ਕਿਸ ਟਾਈਮ ਦੇ ਉੱਤੇ ਬਰੱਸ਼ ਕਰਨਾ ਚਾਹੀਦਾ, ਕਿਸ ਤਰ੍ਹਾਂ ਕਰਨਾ ਤੇ ਇਨਕਰੇਜ ਕਰਨਾ ਚਾਹੀਦਾ ਤਾਂ ਕਿ ਆਪਣੇ ਦੰਦਾਂ ਦੀ ਸਹੀ ਦੇਖਭਾਲ ਕਰ ਸਕਣ। ਹਾਂਜੀ ਦੇਖੋ ਜੀ, ਬੱਚੇ ਦੀ ਪ੍ਰੀਵੈਂਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਬੱਚਿਆਂ ਦੇ ਟੀਥ ਵਿੱਚ ਜੇ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਇਸ ਸਟੇਜ ਵਿੱਚ ਉੱਚੇ ਤੇ ਬਹੁਤ ਵਾਰੀ ਹੁੰਦਾ ਹੈ ਕਿ ਉਹ ਪ੍ਰੋਬਲਮ ਅੱਗੇ ਵੱਧ ਕੇ ਬਹੁਤ ਜ਼ਿਆਦਾ ਨਹੀਂ ਆਉਂਦੀ, ਪਰ ਬੱਚਿਆਂ ਨੂੰ ਟਰੀਟ ਕਰਨ ਵਾਲਾ ਇੱਕ ਯੂਨੀਕ ਹੀ ਚੈਲੰਜ ਹੁੰਦਾ। ਛੋਟੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦੇ ਵਾਸਤੇ ਸਹੀ ਹੈ ਕਿ ਉਹਨਾਂ ਦੇ ਵਾਸਤੇ ਗਲਤ ਹੈ। ਉਹਨਾਂ ਨੂੰ ਤਾਂ ਬਸ ਇਹੀ ਪਤਾ ਹੁੰਦਾ ਮੈਨੂੰ ਇਹ ਵਧੀਆ ਲੱਗ ਰਿਹਾ ਜਾਂ ਇਹ ਨਹੀਂ ਵਧੀਆ ਲੱਗ ਰਿਹਾ, ਠੀਕ ਹੈ। ਅਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਡਿਪਾਰਟਮੈਂਟ ਜਿਹੜਾ ਹੈ ਡਿਪਾਰਟਮੈਂਟ ਆਫ ਪੀਡੀਆਟ੍ਰਿਕ ਡੈਂਟਿਸਟਰੀ ਹੈ, ਇਸ ਤਰ੍ਹਾਂ ਹੀ ਬਣਾਇਆ ਗਿਆ, ਇਸ ਤਰ੍ਹਾਂ ਹੀ ਆਰਗੇਨਾਈਜ਼ ਕੀਤਾ ਗਿਆ ਕਿ ਬੱਚਿਆਂ ਨੂੰ ਮਜ਼ਾ ਆਏ ਇੱਥੇ ਕੰਮ ਕਰਾ ਕੇ। ਜਿਸ ਤਰ੍ਹਾਂ ਤੁਸੀਂ ਦੇਖੋਗੇ ਵੀਡੀਓ 'ਚ ਬਹੁਤ ਸਾਰੇ ਟॉयਜ਼ ਨੇ, ਬਹੁਤ ਸਾਰੀਆਂ ਪਿਕਚਰਸ ਲੱਗੀਆਂ ਹੋਈਆਂ ਨੇ, ਉਹ ਐਸੇ ਕਰਕੇ ਤਾਂ ਕਿ ਬੱਚੇ ਜਿਹੜੇ ਆਉਣ ਇੱਥੇ ਖੁਸ਼ੀ ਕੰਮ ਕਰਾਉਣ। ਜੇ ਉਹ ਖੁਸ਼ ਰਹਿਣਗੇ, ਆਪਣਾ ਕੰਮ ਕਰਾ ਕੇ ਖੁਸ਼ ਹੋਣਗੇ ਤਾਂ ਇੰਟਰਸਟਿਡ ਵੀ ਹੋਣਗੇ ਆਪਣੇ ਟੀਥ ਬਾਰੇ, ਆਪਣੀ ਹੈਲਥ ਵਾਸਤੇ ਧਿਆਨ ਰੱਖਣ। ਇਹ ਵੀ ਦੱਸਦੇ ਹੋ ਵੀ ਉਹਨਾਂ ਨੂੰ ਕੀ ਖਾਣਾ ਚਾਹੀਦਾ ਕਿ ਦੰਦਾਂ ਦੇ ਉੱਤੇ ਨੁਕਸਾਨ, ਕਿਉਂਕਿ ਬੱਚਾ ਸਵੀਟਾਂ ਬਹੁਤ ਖਾਂਦਾ ਜਾਂ ਹੋਰ ਮਿਠਾਈ ਦੀਆਂ ਚੀਜ਼ਾਂ ਖਾਣ ਨੂੰ ਬੜਾ ਰੱਖ ਦਿੰਦਾ, ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਤੇ ਜਾਂ ਬਰੱਸ਼ ਜਿਹੜਾ ਹੈਗਾ ਉਹ ਬਚਪਨ ਤੋਂ ਹੀ ਸ਼ੁਰੂ ਤੋਂ ਕਿੱਦਾਂ ਕਰਨਾ ਚਾਹੀਦਾ। ਦੇਖੋ ਬਰਸ਼ਿੰਗ ਤੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੁੰਦੀ ਹੈ। ਪਹਿਲੀ ਗੱਲ ਹੈ ਕਿ ਜਿਹੜਾ ਬਰਸ਼ ਹੈ, ਟੂਥਪੇਸਟ ਹੈ, ਉਹਦੇ ਵਿੱਚ ਫਲੋਰਾਈਡ ਹੋਣਾ ਚਾਹੀਦਾ, ਠੀਕ ਹੈ। ਫਲੋਰਾਈਡ ਹੋਣਾ ਚਾਹੀਦਾ, ਪਰ ਅਸੀਂ ਕਹਿੰਦੇ ਹਾਂ 3 ਸਾਲ ਦੇ ਬੱਚੇ, ਛੋਟਾ ਬੱਚਾ ਜੋ ਹੈ ਉਹ ਬਿਲਕੁਲ ਚਾਵਲ ਦੇ ਦਾਣੇ ਜਿੰਨਾ ਇੰਨਾ ਹੀ ਪੇਸਟ ਲੈਣਾ ਅਤੇ 2 ਵਾਰੀ ਬਰਸ਼ ਕਰਨਾ। ਰਾਤ ਨੂੰ ਸੌਣ ਤੋਂ ਪਹਿਲਾਂ ਬਰਸ਼ ਕਰਨਾ ਬਹੁਤ ਜ਼ਰੂਰੀ ਹੁੰਦਾ।
ਉਹਦੇ ਬਾਅਦ ਜਦੋਂ ਬ੍ਰਸ਼ ਕਰਨਾ ਹੈ ਉਹਦੇ ਬਾਅਦ ਬੱਚੇ ਨੇ ਕੁਝ ਹੋਰ ਨਹੀਂ ਖਾਣਾ ਪੀਣਾ, ਸਿਰਫ ਸੋਣਾ ਹੈ ਜਾਂ ਪਾਣੀ ਲੈਣਾ ਹੈ। ਉਹਦੇ ਬਾਅਦ ਫਿਰ ਅਗਲੇ ਦਿਨ ਸਵੇਰੇ ਉੱਠ ਕੇ ਫਿਰ ਬ੍ਰਸ਼ ਕਰਕੇ ਲੈਣਾ ਹੈ। ਪਰ 3 ਸਾਲ ਤੋਂ 6 ਸਾਲ ਤੱਕ ਇੱਕ ਮਟਰ ਦੇ ਦਾਣੇ ਜਿੰਨਾ ਪੇਸਟ ਹੋਣਾ ਚਾਹੀਦਾ ਹੈ ਤੇ ਉਹਦੇ ਬਾਅਦ ਜਿੰਨਾ ਥੋੜ੍ਹਾ ਤੁਸੀਂ ਵੱਡਾ ਅਮਾਊਂਟ ਆਫ ਪੇਸਟ ਲੈ ਸਕਦੇ ਹੋ। ਪਰ ਬਿਲਕੁਲ ਛੋਟੇ ਬੱਚੇ ਤੋਂ ਵੀ ਅਸੀਂ ਕਹਿੰਦੇ ਹਾਂ ਕਿ ਜਦੋਂ ਪਹਿਲਾ ਟੀਥ ਆਇਆ ਹੈ ਮੂੰਹ ਦੇ ਵਿੱਚ ਉਹ ਤਾਂ ਬ੍ਰਸ਼ਿੰਗ ਸਟਾਰਟ ਕਰ ਦੇਣੀ ਚਾਹੀਦੀ ਹੈ, ਠੀਕ ਹੈ। ਪਰ ਟੂਥਪੇਸਟ ਦੀ ਕੁਆਂਟੀਟੀ ਬਹੁਤ ਘੱਟ ਹੋਣੀ ਚਾਹੀਦੀ ਹੈ, ਉਹ ਬਿਲਕੁਲ ਚਾਵਲ ਦੇ ਦਾਣੇ ਜ਼ਿਆਦਾ ਨਹੀਂ ਚਾਹੀਦੀ। ਜਦੋਂ 3 ਸਾਲ ਤੋਂ ਉੱਪਰ ਹੋ ਗਿਆ ਬੱਚਾ ਤੇ ਮਟਰ ਦੇ ਦਾਣੇ ਜਿੰਨਾ, ਠੀਕ ਹੈ। ਜੇ ਵੱਡਾ ਹੋ ਗਿਆ 6 ਸਾਲ ਦੇ ਉੱਪਰ ਹੋ ਗਿਆ ਫਿਰ ਜਿਸ ਤਰ੍ਹਾਂ ਜਿੰਨਾ ਕੁ ਅਡਲਟ ਯੂਜ਼ ਕਰਦੇ ਆ। ਤੇ ਕੀ ਬੱਚੇ ਜਦੋਂ ਇੱਥੇ ਆਉਂਦੇ ਹੈਗੇ ਆ ਤੇ ਉਹਨਾਂ ਨੂੰ ਤੁਸੀਂ ਜੋ ਸਭ ਕੁਝ ਦੱਸਦੇ ਹੈਗੇ ਆ ਤੇ ਪੇਰੈਂਟਸ ਨੂੰ ਕੀ ਐਡਵਾਈਸ ਕਰਦੇ ਹੁੰਦੇ ਕਿ ਬੱਚਿਆਂ ਦੇ ਲਈ ਕੀ ਕਰਨਾ ਚਾਹੀਦਾ? ਦੇਖਿਏ, ਪੇਰੈਂਟਸ ਦਾ ਤਾਂ ਬਹੁਤ ਵੱਡਾ ਰੋਲ ਹੁੰਦਾ ਹੈ। ਬਿਨਾਂ ਪੇਰੈਂਟਸ ਦੇ ਤਾਂ ਅਸੀਂ ਬੱਚਿਆਂ ਨੂੰ ਟਰੀਟ ਹੀ ਨਹੀਂ ਕਰ ਸਕਦੇ। ਤੇ ਪੇਰੈਂਟਸ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਪ੍ਰਿਪੇਅਰ ਕਿਸ ਤਰ੍ਹਾਂ ਕਰਨਾ ਹੈ ਇੱਥੇ ਲਿਆਉਣ ਵਾਸਤੇ। ਬਹੁਤ ਸਾਰੇ ਬੱਚੇ ਪੇਰੈਂਟਸ ਦੇ ਮਨ 'ਚ ਇਹ ਧਾਰਨਾ ਹੁੰਦੀ ਹੈ ਕਿ ਬੱਚਿਆਂ ਨੂੰ ਡਰਾਉਣ ਵਾਸਤੇ ਕਹਿੰਦੇ ਨੇ ਕਿ ਡਾਕਟਰ ਕੋਲ ਜਾਣਗੇ ਇਹਨਾਂ ਨੂੰ ਇੰਜੈਕਸ਼ਨ ਲੱਗ ਜਾਏਗਾ, ਤੇ ਇਸ ਕਰਕੇ ਬੱਚੇ ਪਹਿਲੇ ਹੀ ਡਰੇ ਹੁੰਦੇ। ਤੇ ਸਭ ਤੋਂ ਪਹਿਲਾਂ ਤਾਂ ਅਸੀਂ ਪੇਰੈਂਟਸ ਨੂੰ ਐਡਵਾਈਸ ਕਰਦੇ ਹਾਂ ਕਿ ਡਰਾਉਣ ਵਾਸਤੇ ਨਹੀਂ ਲਿਆਉਣਾ, ਠੀਕ ਹੈ। ਅਸੀਂ ਬੱਚਿਆਂ ਨੂੰ ਇੱਥੇ ਇਸ ਤਰ੍ਹਾਂ ਲੈ ਕੇ ਆਉਣਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਦੰਦਾਂ ਦੀ ਕੇਅਰ ਹੋਰ ਕਿਸ ਤਰ੍ਹਾਂ ਅੱਛੀ ਤਰ੍ਹਾਂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਉਹ ਗੱਲ। ਦੂਸਰੀ ਗੱਲ, ਅਸੀਂ ਪੇਰੈਂਟ ਦਾ ਅਸੀਂ ਇੱਥੇ ਪ੍ਰੋਫੈਸ਼ਨਲ ਹੈਗੇ, ਸਾਨੂੰ ਪਤਾ ਕਿ ਬੱਚੇ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੁੰਦਾ ਹੈ। ਤੇ ਪੇਰੈਂਟ ਨੂੰ ਅਸੀਂ ਐਜ਼ ਪਾਰਟਿਸਿਪੈਂਟ ਸਾਨੂੰ ਸਪੋਰਟਿਵ ਰੋਲ ਚਾਹੀਦਾ। ਜੇ ਪੇਰੈਂਟ ਸਾਨੂੰ ਪਰਮਿਟ ਕਰੇਗਾ ਬਈ ਇਸ ਤਰ੍ਹਾਂ ਅਸੀਂ ਹੈਂਡਲ ਕਰ ਸਕਦੇ ਹਾਂ ਬੱਚੇ ਨੂੰ, ਨੈਚੁਰਲੀ ਅਸੀਂ ਤਾਂ ਹੀ ਕਰਾਂਗੇ। ਬਟ ਦੈਨ ਪੇਰੈਂਟ ਦੀ ਸਪੋਰਟ ਪੂਰੀ ਚਾਹੀਦੀ ਹੈ। ਪੇਰੈਂਟ ਨੂੰ ਸਾਡੇ ਉੱਤੇ ਕੌਨਫੀਡੈਂਸ ਹੁੰਦਾ, ਯੂਜੂਅਲੀ ਇਸ ਤਰ੍ਹਾਂ ਹੀ ਹੁੰਦਾ। ਅਸੀਂ ਪੇਰੈਂਟ ਨਾਲ ਪਹਿਲਾਂ ਗੱਲ ਕਰਦੇ, ਉਹਨਾਂ ਨੂੰ ਸਮਝਾਉਂਦੇ, ਦੈਨ ਦ ਪੇਰੈਂਟ ਡਿਵੈਲਪ ਕੌਨਫੀਡੈਂਸ ਇਨਟੂ ਅਸ ਕਿ ਵੀ ਹਾਂ ਵੀ ਇਹ ਠੀਕ ਤਰ੍ਹਾਂ ਹੈਂਡਲ ਕਰ ਪਾਉਣਗੇ ਬੱਚੇ ਨੂੰ। ਉਸ ਹਿਸਾਬ ਨਾਲ ਪੇਰੈਂਟਸ ਮੰਨ ਜਾਂਦੇ ਆ ਤੇ ਠੀਕ ਹੋ ਜਾਂਦਾ ਟ੍ਰੀਟਮੈਂਟ ਵਧੀਆ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ। ਇਸੇ ਤਰ੍ਹਾਂ ਕੰਮ ਵਧੀਆ ਤੋਂ ਵਧੀਆ ਕਰਦੇ ਜਾਓ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਹੁਣ ਅਸੀਂ ਇੰਪਲਾਂਟ ਸੈਂਟਰ ਦੇ ਵਿੱਚ ਆ ਗਏ ਹੈਗੇ। ਜਿਹੜੇ ਦੰਦ ਕੱਢ ਕੇ ਉਹਦੇ ਵਿੱਚ ਜਿਹੜਾ ਸਟੀਲ ਦੀ ਜਿੱਦਾਂ ਦਾੜ ਹੁੰਦੀ ਹੈ ਉਹ ਹੁਣ ਲਾ ਕੇ ਉਹਦੇ ਵਿੱਚ ਦੰਦ ਲਾਇਆ ਜਾਂਦਾ। ਇਹ ਉਹ ਸੈਂਟਰ ਹੈਗਾ ਜਿਹਦੇ ਵਿੱਚ ਜਿਹੜੇ ਦੰਦ ਕੱਢ ਕੇ ਬਾਹਰ ਧੋ ਕੇ ਨਹੀਂ ਰੱਖਣੇ ਪੈਂਦੇ ਹੈਗੇ। ਇਹ ਜਦੋਂ ਲੱਗ ਗਏ ਉਹ ਲੱਗ ਗਏ। ਇਹ ਹੈਗਾ ਜੀ ਇੰਪਲਾਂਟ ਸੈਂਟਰ। ਤੇ ਅਸੀਂ ਹੁਣੇ ਹੀ ਜਾ ਕੇ ਡਾਕਟਰ ਉਹਨਾਂ ਦੇ ਨਾਲ ਗੱਲ ਕਰਦੇ ਹੈਗੇ ਕਿ ਇਹ ਜਿਹੜਾ ਇੰਪਲਾਂਟ ਸੈਂਟਰ ਹੈਗਾ ਇਹਦੇ ਵਿੱਚ ਕੀ ਕੀ ਦੇਖਿਆ ਜਾਂਦਾ ਹੈਗਾ। ਆਓ ਦੇਖੀਏ। ਇਹ ਜਿਹੜੀਆਂ ਚੇਅਰਾਂ ਹੈਗੀਆਂ ਜਿਹੜੀਆਂ ਇੱਥੇ ਸਭ ਕੁਝ ਟੈਸਟ ਕੀਤਾ। ਡਾਕਟਰ ਪਰਮਜੀਤ ਕੌਰ ਹੈਗੇ ਨੇ, ਉਹਨਾਂ ਦੇ ਕੋਲ ਆ ਕੇ ਉਹਨਾਂ ਨੂੰ ਪੁੱਛਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਅਤੇ ਤੁਸੀਂ ਇਹ ਜਿਹੜੀ ਇੰਪਲਾਂਟ ਸੈਂਟਰ ਹੈਗਾ ਇਹਦਾ ਜਿਹੜਾ ਵੀ ਹੈਗਾ ਪ੍ਰੋਸੈਸ ਹੈਗਾ ਜਿੱਦਾਂ ਜਿੱਦਾਂ ਚੱਲਦਾ ਹੈ ਕਿ ਇਹ ਕੀ ਕਿਸ ਤਰ੍ਹਾਂ ਕਰਦੇ ਹੋ ਤੁਸੀਂ? ਹਾਂਜੀ, ਸਾਡੇ ਕੋਲ ਸਾਡਾ ਪੇਸ਼ੈਂਟਸ ਜਿਹੜੇ ਹੈ ਇੰਡੀਆ ਦੇ ਵਿੱਚ ਹੁਣ ਇੱਥੇ ਵੀ ਬਹੁਤ ਸਾਰੇ ਪੇਸ਼ੈਂਟਸ ਨੂੰ ਅਵੇਅਰਨੈਸ ਹੋ ਗਈ ਹੋਈ ਹੈ ਕਿ ਜਿਨ੍ਹਾਂ ਦੇ ਦੰਦ ਟੁੱਥ ਲਾਸ ਹੋ ਗਏ ਹੁੰਦੇ ਆ ਅਤੇ ਨਵੇਂ ਦੰਦ ਲਗਵਾਉਣੇ ਹੈ ਅਤੇ ਉਹਦੀਆਂ ਆਪਸ਼ਨਸ ਹੁੰਦੀਆਂ ਕਿ ਜੇ ਤੁਸੀਂ 1-2 ਦੰਦ ਕਢਵਾਏ ਹੈ ਤਾਂ ਤੁਸੀਂ ਬ੍ਰਿਜ ਲਗਵਾ ਸਕਦੇ ਹੋ। ਅਤੇ ਜਿਹੜੇ ਪੇਸ਼ੈਂਟਸ ਇੰਪਲਾਂਟ ਟਰੀਟਮੈਂਟ ਤੋਂ ਮਨਾ ਕਰਦੇ ਹੈ ਯੂਜਲੀ ਬ੍ਰਿਜ ਉਹਨਾਂ ਦੇ ਉਹਨਾਂ ਨੂੰ ਲਗਵਾਉਣਾ ਚਾਹੀਦਾ ਹੈ। ਇਫ ਅ ਪੇਸ਼ੈਂਟ ਰਿਫਿਊਜ਼ਸ ਟੂ ਗੈਟ ਅ ਡੈਂਟਲ ਇੰਪਲਾਂਟ placed, so in those patients they get a fixed bridge placed, because fixed bridge ਦਾ ਨੁਕਸਾਨ ਇਹ ਹੈ ਕਿ ਉਹਦੇ ਵਿੱਚ ਤੁਹਾਡੇ ਆਪਣੇ ਦੰਦਾਂ ਜਿਹੜੇ ਨੈਚੁਰਲ ਐਡਜੋਇਨਿੰਗ ਟੀਥ ਹੈਗੇ ਆ ਉਹਨਾਂ ਨੂੰ ਇੰਟੈਂਸ਼ਨਲੀ ਉਹਨਾਂ ਦੀ ਰੂਟ ਕਨਾਲ ਕਰਕੇ ਉਹਨਾਂ ਨੂੰ ਰਿਡਿਊਸ ਕਰਕੇ ਅਤੇ ਉਹਦੇ ਉੱਤੇ ਕਵਰ ਲੱਗਦੇ ਹੈ। ਬਟ ਇਨ ਡੈਂਟਲ ਇੰਪਲਾਂਟ ਇਟਸ ਅ ਰਿਪਲੇਸਮੈਂਟ ਫॉर द ਟੂਥ ਇਟਸੈਲਫ ਕਿ ਜਿਹੜੇ ਦੰਦ ਕਢਵਾਇਆ ਉਹ ਇਮੀਡੀਏਟਲੀ ਦੰਦ ਕੱਢ ਕੇ ਉਸੇ ਜਗ੍ਹਾ ਦੇ ਉੱਤੇ ਅਸੀਂ ਟਾਈਟੇਨੀਅਮ ਅਲੋਏ ਦਾ ਅਸੀਂ ਇੰਪਲਾਂਟ ਉੱਥੇ ਅਸੀਂ ਇਨਸਰਟ ਕਰ ਦਿੰਦੇ ਹਾਂ। ਅਤੇ ਜਿਹੜਾ ਇੰਪਲਾਂਟ ਇਹ ਤੁਸੀਂ ਲਗਾਉਂਦੇ ਹੋ ਕਿਉਂਕਿ ਜਦੋਂ ਦੰਦ ਕੱਢ ਕੇ ਉਹਦੇ 'ਤੇ ਲਗਾਉਂਦੇ ਆ ਤੁਸੀਂ, ਅਤੇ ਇਹਦਾ ਜਿਹੜਾ ਪ੍ਰੋਸੈਸ ਹੈਗਾ ਇਹ 1 ਦਿਨ ਦੇ ਵਿੱਚ ਹੋ ਜਾਂਦਾ ਜਾਂ ਉਹਨੂੰ ਜਦੋਂ ਲਾ ਦਿੰਦੇ ਤੁਸੀਂ ਵਿੱਚ ਉਹ ਇਹ ਆਪਣੇ ਸਟੀਲ ਦੀ ਜਿਹੜੀ ਚੀਜ਼ ਲਾਉਂਦੇ ਹੋ ਉਹਦੀ ਕਿੰਨੀ ਕੁ ਉਡੀਕ ਕਰਨੀ ਪੈਂਦੀ ਹੈ? ਯੈਸ ਹਾਂਜੀ, implant placement if it is possible immediately also ਕਿ ਜਿਸ ਟਾਈਮ ਜੇ ਪੇਸ਼ੈਂਟ ਦੇ ਜਿਹੜਾ ਦੰਦ ਖਰਾਬ ਹੋ ਚੁੱਕਿਆ ਹੈ ਅਗਰ ਉਹ ਨਹੀਂ ਬਚ ਸਕਦਾ ਅਤੇ ਉਹਦੀ ਰੂਟ ਦੇ ਥੱਲੇ ਕੋਈ ਪੈਰੀਐਪੀਕਲ ਪੈਥੋਲੋਜੀ ਨਹੀਂ ਹੈ, ਜੜ ਦੇ ਥੱਲੇ ਕੋਈ ਇਨਫੈਕਸ਼ਨ ਨਹੀਂ ਹੈਗੀ ਹੈ
ਇੰਨੀ ਜਾਂ ਕੋਈ ਰਸੌਲੀ 'ਚ ਨਹੀਂ ਬਣੀ ਹੋਈ ਤਾਂ ਨਾਰਮਲ ਬੋਨ ਹੈ ਤਾਂ ਉਸੇ ਟਾਈਮ ਟੁੱਥ ਨਿਕਾਲ ਕੇ ਉਹਦੀ ਜਗ੍ਹਾ ਇੰਪਲਾਂਟ ਕਰ ਦਿੰਦੇ ਆ। ਪਰ ਜੇ ਜੜ ਦੇ ਥੱਲੇ ਕੋਈ ਇਨਫੈਕਸ਼ਨ ਹੈ ਜਾਂ ਰਸੌਲੀ ਹੈ ਤਾਂ ਉਹਨੂੰ ਰਿਜ਼ੋਲਵ ਕਰਦੇ ਆ। ਟੁੱਥ ਐਕਸਟ੍ਰੈਕਸ਼ਨ ਦੰਦ ਕੱਢਣ ਤੋਂ ਬਾਅਦ ਉਹਦੀ ਰਸੌਲੀ ਜਾਂ ਇਨਫੈਕਸ਼ਨ ਨਿਕਾਲ ਕੇ ਫਿਰ ਬੋਨ ਫਾਰਮੇਸ਼ਨ 1.5 ਮਹੀਨੇ 'ਚ ਬਣਦੀ ਹੈ। ਸਵਾ ਮਹੀਨਾ ਤੋਂ ਬਾਅਦ ਫਿਰ ਪੇਸ਼ੈਂਟ ਨੂੰ ਕਲੀਨਿਕਲੀ ਅਸੀਂ ਅਸੈਸ ਕਰਦੇ ਹਾਂ, ਪਲੱਸ ਐਕਸ-ਰੇਜ਼, ਰੇਡੀਓਗ੍ਰਾਫਸ। ਸੋ ਆਈਡਲੀ ਵੀ ਸ਼ੁਡ ਆਲਵੇਜ਼ ਗੋ ਫॉर ਕੋਨ ਬੀਮ CBCT ਸਕੈਨ, ਹੈ ਨਾ। CBCT ਸਕੈਨ ਕਰਵਾ ਕੇ ਹੀ ਇੰਪਲਾਂਟ ਕਰਵਾਉਣਾ ਚਾਹੀਦਾ ਹੈ ਆਈਡਲੀ, ਬਿਕੋਜ਼ ਇਟ ਇਜ਼ ਅ ਵਰਚੁਅਲ ਸਰਜਰੀ, ਇਟਸ ਅ ਵਰਚੁਅਲ ਸਰਜਰੀ ਬਿਫੋਰ ਐਕਚੁਅਲੀ ਆਪਰੇਟਿੰਗ ਦਾ ਪੇਸ਼ੈਂਟ। ਅਤੇ ਸਾਡੇ ਬਾਬਾ ਜਸਵੰਤ ਸਿੰਘ ਡੈਂਟਲ ਹਸਪੀਟਲ ਦੇ ਵਿੱਚ CBCT ਸਕੈਨ ਅਵੇਲੇਬਲ ਹੈ ਇੱਥੇ। ਤੇ ਜੇ ਕੋਈ ਇਹੋ ਜਿਹੀ ਕੰਪਲਿਕੇਸ਼ਨ ਨਹੀਂ ਹੈਗੀ ਤੇ ਇਨਫੈਕਸ਼ਨ ਨਹੀਂ ਹੈ ਸਭ ਕੁਝ, ਤੇ ਫਿਰ ਤੁਸੀਂ ਸਟ੍ਰੇਟ ਇਮੀਡੀਏਟ ਲਾ ਦਿੰਦੇ? ਇੰਪਲਾਂਟ ਕਰ ਦਿੰਦੇ ਆ, ਨਹੀਂ ਤਾਂ 1.5 ਮਹੀਨੇ ਬਾਅਦ। ਅੱਛਾ। ਹਾਂਜੀ। ਤੇ ਇਹ ਕਿੰਨਾ ਕੁ ਸਕਸੈਸ ਰੇਟ ਹੈਗਾ ਤੁਹਾਡਾ? ਸਕਸੈਸ ਰੇਟ ਮਤਲਬ ਕਿਸੇ ਵੀ ਮਤਲਬ ਤੁਸੀਂ ਪ੍ਰੋਸੀਜਰ ਕਰਦੇ ਹੋ, ਐਨੀਥਿੰਗ ਇਨ ਲਾਈਫ ਡਜ਼ਨਟ ਹੈਵ 100% ਸਕਸੈਸ ਰੇਟ। ਸੋ ਇਟ ਇਜ਼ ਰੋਂਗ ਟੂ ਸੇ ਦੈਟ ਇਟ ਇਜ਼ 100% ਸਕਸੈਸਫੁਲ। ਕੁਛ ਵੀ ਜ਼ਿੰਦਗੀ 'ਚ 100% ਨਹੀਂ ਹੁੰਦਾ, ਬਟ ਸਟਿਲ ਇਟ ਇਜ਼ 99% ਸਕਸੈਸ ਰੇਟ ਵੀ ਹੈ ਇੰਪਲਾਂਟਸ ਦਾ। ਕੀ ਪੇਸ਼ੈਂਟਸ ਅੱਜ ਕੱਲ੍ਹ ਜਿਹੜੇ ਡੈਂਚਰਸ ਲਗਾਉਂਦੇ ਹੁੰਦੇ ਸੀ, ਮੂੰਹ 'ਚੋਂ ਕੱਢ ਲਏ, ਪਾਣੀ 'ਚ ਰੱਖ ਲਏ, ਤੇ ਉਹਦੀ ਇਹ ਰਿਪਲੇਸਮੈਂਟ ਇੱਦਾਂ ਦੀ ਲੋਕ ਇੱਧਰਲੇ ਪਾਸੇ ਨੂੰ ਆ ਰਹੇ ਹੈਗੇ? ਇਸ ਸਾਈਡ ਨੂੰ ਆ ਰਹੇ ਹੈ। ਇਟ ਇੰਪਰੂਵਸ ਦ ਕੁਆਲਿਟੀ ਆਫ ਪੇਸ਼ੈਂਟ ਲਾਈਫ ਆਫ ਜਿਹੜੇ ਨੇ ਸਾਰੇ ਦੰਦ ਜਿਨ੍ਹਾਂ ਦੇ ਕਢਵਾ ਚੁੱਕੇ ਹੋਏ ਹੈ। ਡੈਂਚਰ ਹੈਗਾ ਕਿ ਕਈਆਂ ਦੀ ਬੋਨ ਹੀ ਨਹੀਂ ਹੁੰਦੀ ਹੈ, ਰਿਮੂਵੇਬਲ ਡੈਂਚਰ ਤਾਂ ਗੱਲ ਕਰਦੇ ਕਈ ਵਾਰੀ ਮੂੰਹ 'ਚੋਂ ਬਾਹਰ ਆਉਂਦਾ ਹੈ, ਅਤੇ ਉਹਦੇ ਨਾਲ ਪਲੱਸ ਉਹ ਦੂਜਾ ਕਿ ਉਹਨਾਂ ਨੂੰ ਬੈਲੈਂਸਡ ਫੂਡ ਖਾਣਾ ਹੁੰਦਾ ਹੈ, ਮਤਲਬ ਦੋਨੇ ਪਾਸੇ ਬਰਾਬਰ। ਕਾਫੀ ਉਹਦੇ ਵਿੱਚ ਇਟਸ ਵੈਰੀ ਇਨਕਨਵੀਨੀਐਂਟ ਫॉर द ਪੇਸ਼ੈਂਟਸ। ਅਤੇ ਜੇ ਤੁਹਾਡੀ ਬੋਨ ਹਾਈਟ ਹੈ ਨਹੀਂ ਹੈ ਤਾਂ ਲੂਜ਼ ਡੈਂਚਰਸ ਬਣਦੇ ਹੈ। ਅਤੇ ਉਹ ਇੰਪਲਾਂਟ ਦੇ ਨਾਲ ਕਿ ਅਗਰ ਮਿਨੀਮਮ 2 ਇੰਪਲਾਂਟਸ ਕਰਵਾ ਲਓ ਤਾਂ ਉਹ ਇੱਕ ਡੈਂਚਰ ਜਿਹੜਾ ਉਹ ਟਿਚ ਬਟਨ ਦੀ ਤਰ੍ਹਾਂ ਲੱਗ ਜਾਂਦਾ ਤੁਹਾਡੀ ਬੋਨ ਦੇ ਉੱਤੇ, ਜਾਂ ਫਿਰ ਫੁੱਲ ਮਾਊਥ ਇੰਪਲਾਂਟਸ ਦੇ ਨਾਲ ਤੁਹਾਡੇ ਈਵਨ ਦੈਟ ਡੈਂਚਰ ਇਜ਼ ਨਾਟ ਰਿਕੁਆਇਰਡ। ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਹੁਣ ਅਸੀਂ ਆ ਗਏ ਹਾਂ ਹਸਪੀਟਲ ਦੇ ਬਾਹਰ। ਪਿਛਲੇ ਪਾਸੇ ਇਹ ਜਿਹੜੀਆਂ ਬਿਲਡਿੰਗਸ ਹੈਗੀਆਂ, ਇਹ ਡਾਕਟਰ ਪ੍ਰਭਜੋਤ ਜੀ, ਇਹ ਜਿਹੜੀਆਂ ਬਿਲਡਿੰਗਸ ਹੈਗੀਆਂ ਸਾਡੇ ਪਿਛਲੇ ਪਾਸੇ ਚੱਲ ਰਹੀਆਂ ਹੈਗੀਆਂ, ਇਹ ਕੀ ਹੈਗੀਆਂ ਤੇ ਇਹਨਾਂ ਦੇ ਬਾਰੇ ਸਾਨੂੰ ਦੱਸੋ। ਹਾਂਜੀ, ਥੈਂਕ ਯੂ ਜੀ। ਦਿਸ ਇਜ਼ ਅ ਵਿਊ ਆਫ ਬਿਊਟੀਫੁਲ ਬਾਬਾ ਜਸਵੰਤ ਸਿੰਘ ਡੈਂਟਲ ਹਸਪੀਟਲ ਸ਼ੋਇੰਗ। ਇਹ ਸਾਹਮਣੇ ਤੁਸੀਂ ਬਿਲਡਿੰਗ ਦੇਖ ਰਹੇ ਹੋ, ਦਿਸ ਇਜ਼ ਗਰਲਜ਼ ਹੋਸਟਲ। ਇਹ ਜਿਹੜੀ 4-5 ਮੰਜ਼ਿਲਾ ਉੱਚੀ ਬਿਲਡਿੰਗ ਹੈਗੀ ਹੈ, ਗਰਲਜ਼ ਹੋਸਟਲ ਹੈ। and then we can see this corridor area sara. This is all our BDS first year students. They attend their basic sciences classes from the beginning, microbiology, then physiology. ਸਾਹਮਣੇ ਦੇਖ ਰਹੇ ਹੋ ਇੱਕਦਮ lecture hall 1 ਹੈਗਾ, ਜਿੱਥੇ ਉਹ ਸਾਡੇ ਹਸਪੀਟਲ ਦੇ ਮਾਲੀ ਦਿਖ ਰਹੇ ਤੁਹਾਨੂੰ। so that is lecture hall 1, and then further comes biochemistry lab. Biochemistry, then comes that pharmacology lecture hall 2, LT2 for second year pharmacology classes, and so that is pharmacology clinical lab. फिर ਅਸੀਂ ਅੱਗੇ आते हैं, then there is a way going behind, that is towards oral pathology department, oral pathology. And then further along the corridor in the front we can see that department of anatomy headed by Dr. Daisy. And this is the anatomy lab, clinical lab. And then further we turn towards the right side. On this side we can see this this long department. This is a prosthetic lab headed by Dr. Naveen and our vice principal Dr. Jaswinder and other faculty members. And at the extreme we have our department of oral and maxillofacial surgery at the end of this corridor. So this is our department oral surgery headed by Dr. Rashi Bahl and myself, Dr. Paramjot Kaur, and my other faculty members. And ji, thank you ji. Welcome to our department of oral and maxillofacial surgery. She is our head of department, Dr. Rashi Bahl. Hello, Hanji. Good evening. I am Dr. Rashi Bahel. I am head of the Department of Oral and Maxillofacial Surgery of BGS Dental College,
ਲੁਧਿਆਣਾ। ਸੋ ਇਨ ਓਰਲ ਸਰਜਰੀ ਵੀ ਡੂ ਲੋਟ ਆਫ ਪ੍ਰੋਸੀਜਰਸ ਹੇਅਰ। ਹਾਂ, ਅਸੀਂ ਇੱਥੇ ਸਾਰੀ ਇਲਾਜ ਕਰਦੇ ਹੈਗੇ ਆ, ਦੰਦ ਕੱਢਣ ਦਾ, ਅਕਲ ਦਾੜਾ ਨੂੰ ਕੱਢਣ ਦਾ ਆਪਰੇਸ਼ਨ ਕੀਤੇ ਜਾਂਦੇ ਆ ਇੱਥੇ। ਜਿਵੇਂ ਜਬਾੜੇ ਟੁੱਟੇ ਹੁੰਦੇ ਆ, ਐਕਸੀਡੈਂਟਸ ਹੁੰਦੇ ਆ, ਉਹਨਾਂ ਦੇ ਸਾਰੇ ਜਬਾੜਿਆਂ ਦੀ ਅਸੀਂ ਪਲੇਟਿੰਗ ਕਰਦੇ ਹੈਗੇ ਆ। ਤੇ ਨਾਲ ਹੀ ਅਸੀਂ ਜਿੰਨੇ ਵੀ ਕੋਈ ਨਾੜਾਂ ਦੀ ਪ੍ਰੋਬਲਮਸ ਹੁੰਦੀਆਂ ਉਹਨਾਂ ਦੇ ਵੀ ਆਪਰੇਸ਼ਨ ਕੀਤੇ ਜਾਂਦੇ ਆ। ਕੋਈ ਰਸੌਲੀਆਂ ਹੁੰਦੀਆਂ ਜਾਂ ਟਿਊਮਰਸ ਹੁੰਦੇ ਆ, ਉਹਨਾਂ ਦੀ ਅਸੀਂ ਟ੍ਰੀਟਮੈਂਟ ਕਰਦੇ ਆ ਇੱਥੇ। ਸਾਡਾ ਜਿਹੜਾ ਓਰਲ ਸਰਜਰੀ ਡਿਪਾਰਟਮੈਂਟ ਹੈ ਉਸ ਤੁਹਾਨੂੰ ਦਿਖਾ ਦਿੰਦੇ ਹਾਂ ਅਸੀਂ। ਇਹ ਸਾਡਾ ਇੱਥੇ ਦੰਦ ਕੱਢਣ ਦਾ ਡਿਪਾਰਟਮੈਂਟ ਹੈਗਾ, ਜਿੱਥੇ ਸਾਰੇ ਐਕਸੋਡੋਂਸ਼ੀਆ ਨੂੰ ਕਹਿੰਦੇ ਹੈਗੇ ਆ। ਉਸ ਤੋਂ ਅੱਗੇ ਸਾਡਾ ਮਾਈਨਰ ਓਟੀ ਕੰਪਲੈਕਸ ਹੈਗਾ, ਤੁਸੀਂ ਸਾਹਮਣੇ ਦੇਖ ਰਹੇ ਹੋ। ਉਹਦੇ ਵਿੱਚ ਸਾਡੇ 4 ਮਾਈਨਰ ਓਟੀਜ਼ ਇੱਧਰ ਹੈਗੇ ਆ, ਜਿਹਦੇ ਵਿੱਚ ਅਸੀਂ ਸਾਰੇ ਅਕਲ ਦਾੜਾ ਨੂੰ ਕੱਢਦੇ ਹੈਗੇ ਆ ਤੇ ਮਾਈਨਰ ਸਰਜਰੀਜ਼ ਕਰਦੇ ਹੈਗੇ ਆ ਇੱਥੇ। ਤੁਸੀਂ ਚਾਹੇ ਅੰਦਰ ਜਾ ਕੇ ਦੇਖ ਸਕਦੇ ਹੈਗੇ ਹੋ। ਇੱਧਰ ਇੱਕ ਓਟੀ ਹੈਗਾ, ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ, ਇੱਥੇ ਮਾਈਨਰ ਓਟੀ ਬਣਿਆ ਹੋਇਆ। ਮੇਨ ਸਾਡਾ ਮਾਈਨਰ ਓਟੀ ਇੱਧਰਲੇ ਪਾਸੇ ਤੁਸੀਂ ਦੇਖ ਲਓ। ਇੱਧਰਲੇ ਪਾਸੇ ਸਾਡਾ ਮਾਈਨਰ ਓਟੀ ਹੈਗਾ। ਇਹਦੇ ਵਿੱਚ ਸਾਰੇ ਅਸੀਂ ਮਾਈਨਰ ਓਟੀ ਦੀ ਜਿੰਨੀਆਂ ਵੀ ਸਰਜਰੀਜ਼ ਹੁੰਦੀਆਂ, ਮਾਈਨਰ ਓਰਲ ਸਰਜੀਕਲ ਪ੍ਰੋਸੀਜਰਸ, ਉਹ ਸਾਰੇ ਅਸੀਂ ਇੱਥੇ ਹੀ ਕਰਦੇ ਹੈਗੇ ਆ। ਇੱਧਰ ਵੀ ਸੁਵਿਧਾ ਹੈਗੀ ਹੈ। ਤੇ ਇਸ ਤੋਂ ਅੱਗੇ ਜਿਹੜਾ ਨਾਲ ਦਾ ਤੁਸੀਂ ਦੇਖ ਰਹੇ ਹੋ, ਇਹ ਵੀ ਮਾਈਨਰ ਓਟੀ ਹੈਗਾ ਸਾਡਾ। ਇਹ ਸਾਡੀ VIP ਸਰਜਰੀ ਹੈਗੀ ਹੈ। ਇਹ ਦੂਜਾ ਮਾਈਨਰ ਓਟੀ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ। ਇੱਥੇ ਸਾਰੇ ਆਪਰੇਸ਼ਨ ਹੁੰਦੇ ਹੈਗੇ ਜਿਹੜੇ ਮਾਈਨਰ ਓਰਲ ਸਰਜੀਕਲ ਪ੍ਰੋਸੀਜਰਸ ਹੁੰਦੇ ਆ। ਇਹ ਸਾਡੇ ਮੇਜਰ ਓਟੀ ਹੈਗਾ, ਜਿੱਥੇ ਸਾਰੇ ਮੇਜਰ ਸਰਜਰੀਜ਼ ਕੀਤੀਆਂ ਜਾਂਦੀਆਂ। ਜਿਵੇਂ ਕਿ ਤੁਹਾਡੇ ਵੱਡੇ ਆਪਰੇਸ਼ਨ ਹੁੰਦੇ ਆ ਇੱਥੇ, ਦੰਦਾਂ ਦੇ ਜਿਹੜੇ ਆਪਣੇ ਜਬਾੜੇ ਹੈਗੇ ਆ, ਉਹਨਾਂ ਦੇ ਜਿੰਨੇ ਵੀ ਸਿਸਟ ਹੈਗੀਆਂ, ਟਿਊਮਰਸ ਹੈਗੇ ਆ, ਉਹ ਸਾਰੇ ਇੱਥੇ ਆਪਰੇਟ ਹੁੰਦੇ ਆ। ਤੇ ਜਿਹੜੇ ਜਬਾੜੇ ਟੁੱਟੇ ਹੁੰਦੇ ਆ, ਉਹ ਵੀ ਸਾਰੇ ਇੱਥੇ ਹੀ ਆਪਰੇਟ ਹੁੰਦੇ ਆ। ਬੇਹੋਸ਼ੀ ਨਾਲ ਜਿੰਨੇ ਵੀ ਆਪਰੇਸ਼ਨ, ਮੇਜਰ ਸਰਜਰੀਜ਼, ਉਹ ਇੱਥੇ ਹੀ ਹੁੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜੇ ਵੀ ਇੱਥੇ ਮਰੀਜ਼ ਆਉਂਦੇ ਆ, ਉਹ ਕਿਹੋ ਜਿਹਾ ਇੱਥੇ ਆ ਕੇ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਕਿਹੋ ਜਿਹੀ ਟ੍ਰੀਟਮੈਂਟ ਹੈ ਜੀ। ਜਤਿੰਦਰ ਕੁਮਾਰ ਜੀ, ਤੁਸੀਂ ਇੱਥੇ ਆਏ ਹੋ ਹੈਗੇ ਮਰੀਜ਼, ਤੇ ਤੁਸੀਂ ਕਿਸ ਤਰ੍ਹਾਂ ਇਸ ਨੂੰ ਦੇਖਿਆ ਹੈਗਾ, ਕਿੱਦਾਂ ਇਸ ਹਸਪੀਟਲ ਦੀ ਟ੍ਰੀਟਮੈਂਟ ਕਿੱਦਾਂ? ਇਸ ਤਰ੍ਹਾਂ ਮੈਨੂੰ ਲੱਗਿਆ ਜਿਵੇਂ ਕਿ ਧਰਤੀ ਤੇ ਸਵਰਗ ਹੈ ਇੱਥੇ। ਤੇ ਇੱਥੇ ਦੇ ਸਾਰੇ ਸਟਾਫ ਨੇ ਮੇਰੇ ਨਾਲ ਬਹੁਤ ਅੱਛੇ ਬਿਹੇਵ ਨਾਲ ਗੱਲ ਕੀਤੀ ਹੈ ਤੇ ਮੈਨੂੰ ਬਹੁਤ ਸਮਝਾਇਆ ਹੈ। ਔਰ ਮੈਨੂੰ ਜਿਹੜੇ ਇਹਨਾਂ ਦੇ ਚੇਅਰਮੈਨ ਨੇ ਬਾਬਾ ਆਨੰਦ ਰਾਜ ਜੀ, ਉਹਨਾਂ ਨੇ ਮੈਨੂੰ ਸਾਈਨ ਕਰਕੇ ਦਿੱਤੇ ਕਿ ਤੁਹਾਨੂੰ 50% ਲੈਸ ਵੀ ਕਰਕੇ ਦਿਆਂਗੇ, ਕਿਉਂਕਿ ਮੈਂ ਉੱਥੇ ਸੇਵਾ ਕਰਦਾ ਵਾਂ ਜੀ। ਤੇ ਇਸ ਕਰਕੇ ਮੇਰਾ ਇਲਾਜ ਬਹੁਤ ਵਧੀਆ ਚੱਲ ਰਿਹਾ ਹੈ। ਔਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹੀ ਪੰਜਾਬ ਦਾ ਸਭ ਤੋਂ ਵਧੀਆ ਹਸਪੀਟਲ ਹੈ ਜਿੱਥੇ ਡੈਂਟਲ ਦਾ ਇਲਾਜ ਕੀਤਾ ਜਾਂਦਾ ਹੈ ਜੀ। ਤੇ ਤੁਹਾਨੂੰ ਜਤਿੰਦਰ ਕੁਮਾਰ ਜੀ ਦੇ ਦੰਦਾਂ ਦੀ ਕੀ ਤਕਲੀਫ ਕੀ ਹੈ? ਜੀ ਮੇਰੇ 4 ਦੰਦ ਉੱਪਰ ਨਵੇਂ ਲੱਗਣੇ ਨੇ, 4 ਦੰਦ ਥੱਲੇ ਨਵੇਂ ਲੱਗਣੇ ਨੇ। ਔਰ ਉਹਨਾਂ ਨੇ ਮੈਨੂੰ ਕਿਹਾ ਹੈ ਜੀ, ਤੁਸੀਂ ਆਓਗੇ, ਤੁਸੀਂ ਸੀਨੀਅਰ ਸਿਟੀਜ਼ਨ ਹੋ, ਤੁਹਾਨੂੰ ਅਸੀਂ 50% ਡਿਸਕਾਊਂਟ ਦੇ ਕੇ ਸਾਰੇ ਤੁਹਾਡੇ ਦੰਦ ਲਾ ਕੇ ਦੇਵਾਂਗੇ ਤੁਹਾਨੂੰ। ਬਹੁਤ ਬਹੁਤ ਧੰਨਵਾਦ। ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋ ਜਾਓ। ਮੈਂ ਆਭਾਰੀ ਹਾਂ ਬਾਬਾ ਜਸਵੰਤ ਸਿੰਘ ਜੀ ਦੇ, ਜਿਹੜੇ ਉਹਨਾਂ ਦੇ ਚੇਅਰਮੈਨ ਬਣੇ ਨੇ ਆਨੰਦ ਰਾਜ ਜੀ। ਉਹਨਾਂ ਨੇ ਸਾਡੇ ਤੇ ਇੰਨੀ ਦਇਆ ਕੀਤੀ ਹੈ। ਇਸ ਹਸਪੀਟਲ ਦੇ ਜ਼ਰੀਏ ਮੈਂ ਉਹਨਾਂ ਨੂੰ ਲੰਮੀ ਉਮਰ ਦੀ ਦੁਆ ਦੇਣਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਪਿਆਰੇ ਦਰਸ਼ਕੋ, ਸਾਨੂੰ ਸਮਾਂ ਚਾਹੀਦਾ ਕਿ ਹਸਪੀਟਲ ਇੰਨਾ ਵੱਡਾ ਹੈਗਾ, ਸਾਰਾ ਦਿਖਾਉਣ ਦੇ ਲਈ ਸਾਰੀ ਦਿਹਾੜੀ ਚਾਹੀਦੀ ਹੈ। ਉਹਨਾਂ ਸਮਾਂ ਸਾਡੇ ਕੋਲ ਨਹੀਂ ਹੁੰਦਾ, ਪਰ ਬਹੁਤ ਸਾਰਾ ਸਟਾਫ, ਕਿਉਂਕਿ ਸਮਾਗਮ ਗੁਰਦੁਆਰੇ ਨਾਨਕਸਰ ਚੱਲ ਰਿਹਾ ਹੈਗਾ ਤੇ ਬਹੁਤ ਸਾਰੇ ਦੂਰੋਂ, ਇੰਗਲੈਂਡ ਤੋਂ, ਅਮਰੀਕਾ ਤੋਂ ਬਹੁਤ ਸਾਰੀਆਂ ਸੰਗਤਾਂ ਆਈਆਂ ਹੋਈਆਂ। ਉੱਥੇ ਵੀ ਤੁਹਾਨੂੰ ਦਿਖਾਇਆ ਸੀਗਾ ਵੀ ਜੋ ਟ੍ਰੇਨਿੰਗ ਕੈਂਪ ਚੱਲ ਰਿਹਾ, ਜੋ ਇਸ ਵੇਲੇ ਫਰੀ ਦੰਦਾਂ ਦੀ ਉਹ ਕਰ ਰਹੇ ਹੈਗੇ ਆ, ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸੱਦ ਕੇ ਮਰੀਜ਼ਾਂ ਨੂੰ ਦੇਖ ਰਹੇ ਹੈਗੇ। ਪਰ ਇਹ ਜਿਹੜਾ ਕੰਪਲੈਕਸ ਹੈਗਾ, ਜਿਹੜਾ 14 ਏਕੜ ਦੇ ਵਿੱਚ ਹੈਗਾ, ਇਹਨੂੰ ਸਾਨੂੰ ਦਿਖਾਉਣ ਦੇ ਲਈ ਤੁਹਾਨੂੰ ਅਸੀਂ ਥੋੜ੍ਹੀ ਚੀਜ਼ਾਂ ਦਿਖਾ ਸਕੇ ਹਾਂ। ਪਰ ਇਹ ਕਹਿਣਾ ਜ਼ਰੂਰ ਪਵੇਗਾ ਕਿ ਜੇ ਸੰਗਤਾਂ ਦਾ ਪੈਸਾ ਹੈਗਾ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੈਸਾ ਲਾ ਕੇ ਔਰ ਇੱਥੇ ਮਰੀਜ਼ਾਂ ਨੂੰ ਤੇ ਜਿਹੜੀ ਦੁਨੀਆ ਨੂੰ ਇੱਥੇ ਦੀ ਜਿਹੜੀ ਫੈਸਿਲਿਟੀ, ਜਿਹੜੇ ਸੁੱਖ ਚਾਹੀਦੇ ਹੈਗੇ ਆ, ਉਹ ਦੇ ਰਹੇ ਹੈਗੇ ਆ। ਅਸੀਂ ਤਾਂ ਇਹੀ ਕਹਾਂਗੇ ਕਿ ਇਹ ਨਾਨਕਸਰ ਗੁਰਦੁਆਰੇ ਬਾਬਾ ਜਸਵੰਤ ਸਿੰਘ ਬਹੁਤ ਹੀ ਦੂਰ ਅੰਦੇਸ਼ੀ ਦੇ ਨਾਲ ਜਿਨ੍ਹਾਂ ਨੇ ਇਸ ਚੀਜ਼ ਨੂੰ ਤੱਕਿਆ ਹੈ ਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹਸਪਤਾਲ ਬਣ ਰਿਹਾ ਹੈਗਾ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਉਹ ਲੋਕਾਂ ਦੀ ਭਲਾਈ ਲਈ ਕਰ ਰਹੇ ਹਨ। ਬਹੁਤ ਬਹੁਤ ਅਸੀਂ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ